5 ਤੋਂ 11 1 ਤੋਂ ਲੈ ਕੇ 11 ਤੱਕ ਪੜਾਂਗੇ। ਹਾਂਜੀ ਜਿਹਨੂੰ ਮਿਲ ਗਿਆ जल्दी हाँ क्यों होया जा लोग क्यों होया कि जा लोग ਉਹਦੇ ਉੱਤੇ ਡਿੱਗਦੇ ਅਤੇ ਪਰਮੇਸ਼ਰ ਦਾ ਵਚਨ ਸੁਣਦੇ ਸਨ ਤਾਂ ਉਹ ਗਨੇਸਰਤ ਦੀ ਝੀਲ ਦੇ ਕੰਢੇ ਖੜਾ ਸੀ ਅਤੇ ਉਹਨੇ ਝੀਲ ਦੇ ਕੰਢੇ ਦੋ ਬੇੜੀਆਂ ਲੱਗੀਆਂ ਹੋਈਆਂ ਵੇਖੀਆਂ ਪਰ ਮਾਛੀ ਉਹਨਾਂ ਵਿੱਚੋਂ ਨਿਕਲ ਕੇ ਆਪਣੇ ਜਾਲਾਂ ਨੂੰ ਧੋ ਰਹੇ ਸਨ। ਬਸ ਯਿਸੂ ਮਸੀਹ ਇੱਕ ਕੰਢੇ ਤੇ ਖੜਾ ਸੀ। ਕੀ ਕਰ ਰਿਹਾ ਸੀ? ਵਚਨ ਸੁਣਾ ਰਿਹਾ ਸੀ। ਕੀ ਸੁਣਾ ਰਿਹਾ ਸੀ? ਲੋਕਾਂ ਨੂੰ ਵਚਨ ਵੀ ਤੋਬਾ ਕਰੋ, ਪਰਮੇਸ਼ਰ ਦਾ ਰਾਜ ਨੇੜੇ ਆ ਗਿਆ। ਕਿੱਥੇ ਖੜਾ ਸੀ? ਝੀਲ ਦੇ ਕੰਢੇ, ਇੱਕ ਸਮੁੰਦਰ ਦੇ ਕੰਢੇ ਤੇ ਖੜਾ ਸੀ। ਹਾਂ ਉਸ ਨੇ ਉਹਨਾਂ ਬੇੜੀਆਂ ਵਿੱਚੋਂ ਇੱਕ ਤੇ ਜੋ ਸ਼ਮੂਨ ਸੀ ਚੜ ਕੇ ਉਸ ਤੋਂ ਚਾਹਿਆ ਜੋ ਕੰਢਿਓ ਰੱਤੀ ਨੂੰ ਹਟਾ ਲੈ ਤਾਂ ਉਹ ਬੈਠ ਕੇ ਬੇੜੀ ਉੱਤੋਂ ਦੁਬਾਰਾ ਪੜਾ। ਉਸਨੇ ਉਹਨਾਂ ਬੇੜਿਆਂ ਵਿੱਚੋਂ ਇੱਕ ਤੇ ਜੋ ਸਿਮੋਨ ਦੀ ਸੀ ਚੜ ਕੇ ਉਸ ਤੋਂ ਚਾਹਿਆ ਜੋ ਕੰਢਿਓ ਰੱਤੀ ਨੂੰ ਹਟਾ ਲੈ। ਯਿਸੂ ਮਸੀਹ ਕਹਿੰਦਾ ਉਹਦੇ ਤੇ ਚੜ ਕੇ ਬੇੜੀ ਕਿਹਦੀ ਸੀ? ਉਹ ਸਿਮੋਨ ਪਤਰਸ ਦੀ। ਕਹਿੰਦਾ ਮੈਨੂੰ ਦੇ ਦੇ। ਕਾਦੇ ਵਾਸਤੇ? ਕਹਿੰਦਾ ਸੁੱਧ ਸਮਾਚਾਰ ਸੁਣਾਉਣ ਵਾਸਤੇ। ਚੀਜ਼ ਕਿਹਦੀ ਸੀ? ਉਹ ਪਤਰਸ ਦੀ। ਹਾਲੇਲੂਇਆ। ਕਹਿੰਦਾ ਮੈਨੂੰ ਦੇ ਦੇ। ਤੇ ਥੋੜੇ ਜਿਹੇ ਪਾਣੀ ਤੋਂ ਕਿਉਂਕਿ ਲੋਕ ਉਹਦੇ ਉੱਤੇ ਡਿੱਗ ਰਹੇ ਸੀ। ਕਾਦੇ ਵਾਸਤੇ? ਕਿਉਂਕਿ ਉਹਦੇ ਚੋਂ ਸਾਮਰਥ, ਉਹਦੇ ਚੋਂ ਸ਼ਕਤੀ, ਉਹਦੇ ਚੋਂ ਪਾਵਰ ਨਿਕਲਦੀ ਸੀ। ਜਿਹੜੇ ਲੋਕ ਉਹਨੂੰ ਛੂਹਦੇ ਸੀਗੇ ਤੇ ਚੰਗੇ ਤਾਂ ਲੋਕ ਉਹਦੇ ਯਿਸੂ ਮਸੀਹ ਦੇ ਉੱਤੇ ਡਿੱਗਦੇ ਸੀ। ਕਹਿੰਦਾ ਮੈਨੂੰ ਵਿੱਚ ਚੜਾ ਕੇ ਥੋੜਾ ਜਿਹਾ ਪਾਣੀ ਦੇ ਵਿੱਚ ਕਰ ਦੇ ਵੀ ਮੈਂ ਵਚਨ ਸੁਣਾ ਸਕਾਂ। ਵਚਨ ਕਿਉਂ ਸੁਣਾਉਣਾ? ਚੰਗਾ ਕਰੀ ਜਾਂਦੇ ਕਿਉਂ? ਕਾਰਨ ਕੀ? ਵਚਨ ਉਹ ਚੀਜ਼ ਬਣੀ ਰਹਿੰਦੀ ਹੈ। ਪਾਪ ਨਹੀਂ ਕਰਦਾ ਬੰਦਾ ਜਦੋਂ ਵਚਨ ਦੀ ਸਮਝ ਹੁੰਦੀ, ਨੌਲੇਜ ਹੁੰਦੀ, ਫਿਰ ਗਲਤੀ ਨਹੀਂ ਕਰਦਾ। ਗਲਤੀ ਕਰੇਗਾ ਬਿਮਾਰੀ ਆਏਗੀ, ਗਲਤੀ ਕਰੇਗਾ ਸ਼ਰਮਿੰਦਗੀ ਆਏਗੀ। ਜੇ ਵਚਨ ਦੀ ਨੌਲੇਜ ਹੋਗੀ ਨਹੀਂ ਗਲਤੀ ਕਰੇਗਾ। ਜੇ ਨਹੀਂ ਨੌਲੇਜ ਗਲਤੀ ਕਰੇਗਾ। ਹਾਂ ਅੱਗੇ ਕੰਢਿਓ ਰੱਤੀ ਨੂੰ ਹਟਾ ਲੈ ਤਾਂ ਉਹ ਬੈਠ ਕੇ ਬੇੜੀ ਉੱਤੋਂ ਲੋਕਾਂ ਨੂੰ ਉਪਦੇਸ਼ ਦੇਣ ਲੱਗਾ। ਕੀ ਕਰਨ ਲੱਗਿਆ? ਵਚਨ। ਕਿਉਂਕਿ ਵਚਨ ਉੱਤਮ, ਵਚਨ ਹੀ ਸੁਣਾਉਣਾ ਜ਼ਰੂਰੀ ਆ। ਵਚਨ ਹੈਗਾ ਆਸ਼ੀਸ਼, ਬਰਕਤ, ਉਹ ਚੰਗਾਈ ਬਣੀ ਰਹੇਗੀ। ਤੁਹਾਨੂੰ ਇੱਕ ਟੈਸਟਮਨੀ ਦੱਸੀ ਸੀ ਮੈਂ। ਇੱਕ ਭੈਣ ਸੀ ਢਾਬ, ਉਹਦਾ ਪਤੀ ਬਹੁਤ ਨਸ਼ੇ ਕਰਦਾ ਸੀ। ਉਦੋਂ ਮੈਂ ਸੇਵਕਾਈ ਨਹੀਂ ਸ਼ੁਰੂ ਕੀਤੀ ਸੀ। ਮੈਂ ਉਹਨੂੰ ਆਖਿਆ, ਉਹਨਾਂ ਦੀ ਲੜਕੀ ਜ਼ਿਆਦਾ ਢਿੱਲੀ ਹੋ ਗਈ, ਮੈਂ ਭੈਣ ਚਰਚ ਨਾ ਚੇਂਜ ਕਰੋ, ਚਰਚ ਨਾਲ ਪ੍ਰਭੂ ਨੂੰ ਨਾ ਛੱਡੋ ਤੇ ਤੁਸੀਂ ਨਾ ਉਸ ਚਰਚ ਚੱਲ ਵੜੋ, ਥੋੜੀ ਜਿਹੀ ਦਾ ਤੁਹਾਡੀ ਬੱਚੀ ਦਾ ਹੱਲ ਹੋ ਜਾਏਗਾ। ਉਹ ਚਲੇ ਗਏ ਮੇਰੇ ਨਾਲ। ਇੱਕ ਪਹਿਲੇ ਗੜੇ ਗਏ ਕਿ ਅਗਲੇ ਵੇਲੇ ਫਿਰ ਮੈਨੂੰ ਕਹਿੰਦੇ ਵੀ ਤੁਸੀਂ, ਮੈਂ ਕਿਹਾ ਜੀ ਤੁਹਾਨੂੰ ਦੱਸਦਾ, ਤੁਸੀਂ ਆਪਦੇ ਪਤੀ ਨੂੰ ਲੈ ਕੇ ਜਾਓ। ਉਹਨਾਂ ਦਾ ਪਤੀ ਜਾਂਦਾ ਰਿਹਾ 3 ਮਹੀਨੇ 4 ਮਹੀਨੇ ਉੱਥੇ ਲਗਾਤਾਰ ਚਰਚ ਜਾਂਦੇ ਰਹੇ। ਉਹਦੇ ਪਤੀ ਨੇ ਦਾਰੂ ਛੱਡ ਦਿੱਤੀ। ਫਿਰ ਮੈਨੂੰ ਉਹਨੇ ਭੈਣ ਨੇ ਟੈਸਟਮਨੀ ਦਿੱਤੀ। ਕਹਿੰਦੀ ਵੈਸੇ ਤਾਂ ਕਰਕੇ 3 ਮਹੀਨੇ ਹੋ ਗਏ ਮੇਰੇ ਘਰ ਵਾਲੇ ਨੇ ਦਾਰੂ ਜਮਾ ਹੀ ਨਹੀਂ ਪੀਤੀ। 3 ਚੰਗਿਆਈ ਲੈ ਕੇ ਘਰੇ ਬੈਠ ਗਿਆ ਉਹ ਬੜਾ। ਉਸ ਤੋਂ ਬਾਅਦ ਫੇਰ ਪੀਣੀ ਸਟਾਰਟ ਕਰ। ਕਾਰਨ ਚੰਗਿਆਈ ਲੈਣੀ ਕੋਈ ਵੱਡੀ ਗੱਲ ਨਹੀਂ, ਮੁਫਤੀ ਮਿਲ ਜਾਂਦੀ। ਇੱਕ ਟੱਚ ਪ੍ਰਭੂ ਦਾ। ਫਿਰ ਸੰਭਾਲਣ ਵਾਸਤੇ ਕੀ ਕਰਨਾ ਪੈਂਦਾ? ਸੰਗਤੀ 'ਚ ਰਹਿਣਾ ਪੈਂਦਾ। ਉਸੇ ਸੰਗਤੀ 'ਚ, ਉਸੇ ਸੰਗਤ 'ਚ। ਉਹਨੇ ਫੇਰ 3 ਮਹੀਨੇ ਬਾਅਦ ਫੇਰ ਸਟਾਰਟ ਕਰ। ਕਿਉਂ? ਉਸ ਤੋਂ ਬਾਅਦ ਚਰਚ ਨਹੀਂ ਗਿਆ। ਕਿਉਂਕਿ ਯਿਸੂ ਮਸੀਹ ਨੇ ਖੁਦ ਕਹਿੰਦਾ ਜਦ ਤੱਕ ਦਰਖਤ ਨਾਲ ਟਾਹਣੀ ਲੱਗੀ ਹੈ ਨਾ ਤਦ ਤੱਕ ਹਰੀ ਹੈ। ਜਦ ਤੱਕ ਤੁਸੀਂ ਯਿਸੂ ਮਸੀਹ ਦੇ ਨਾਲ ਲੱਗੇ ਨਾ ਤਦ ਤੱਕ ਹਰੇ ਆ। ਪਾਸੇ ਹੋ ਜਾਓ, ਸੁੱਕ ਜਾਓ। ਉਹੀ ਦੁਸ਼ਟ ਆਤਮਾ, ਭੈਣ ਨੂੰ ਦੁਸ਼ਟ ਆਤਮਾ ਦੀ ਪ੍ਰੋਬਲਮ ਸੀ ਜਿਹੜੀ 10 ਸਾਲ ਤੋਂ ਸੀ। ਹੋਰ ਇੰਨੀਆਂ ਸਕੈਨਾਂ ਕਰਾਈਆਂ ਆਏ ਨਹੀਂ ਕੁਛ, ਕਿਉਂਕਿ ਦੁਸ਼ਟ ਆਤਮਾ ਸਕੈਨਾਂ ਦੇ ਵਿੱਚ। ਹਾਂਜੀ ਅੱਗੇ ਚੌਂ ਵਚਨ ਕਰ ਹਟਿਆ ਤਾਂ ਸ਼ਮੂਨ ਨੂੰ ਕਿਹਾ, ਭਾਈ ਡੂੰਘੇ ਪਾਣੀ ਵਿੱਚ ਲੈ ਚੱਲੋ ਅਤੇ ਸ਼ਿਕਾਰ ਲਈ ਆਪਣੇ ਜਾਲ ਪਾਓ। ਬਸ ਇੱਥੇ ਕੀ ਲਿਖਿਆ? ਡੂੰਘੇ 'ਚ। ਡੰਗਾਈ ਨਾਲ ਪ੍ਰਭੂ ਨੂੰ ਭਾਲੋ। ਡੰਗਾਈ 'ਚ ਕਹਿੰਦਾ, ਡੰਗਾਈ 'ਚ ਲੈ ਚੱਲ। ਤੂੰ ਪਤਾ ਕਿਵੇਂ ਲੱਗੇ ਡੰਗਾਈ ਕਿੱਥੇ? ਕਿਵੇਂ ਪਾ ਸਕਦੇ ਪ੍ਰਭੂ ਨੂੰ ਤੁਸੀਂ? ਅਕੋਟਕਪੁਰੇ ਤੁਸੀਂ ਵਚਨ ਸੁਣਿਆ ਸੀ? ਤੁਹਾਨੂੰ ਚਾਹੀਦਾ ਉਹਨੂੰ ਰਿਕਾਰਡਿੰਗ ਕਰਨੀ।
ਹਾਲੇਲੂਇਆ। ਡੂੰਘਾਈ 'ਚ ਜਾਓ, ਡੂੰਘਾਈ 'ਚ ਡੀਪ ਤੱਕ ਜਾਓ, ਉੱਤੇ ਆਉਣ ਦੇ ਸਿਵਾ ਹੋਰ ਕੋਈ ਹੱਲ ਨਹੀਂ। ਤੁਸੀਂ ਡੀਪ 'ਚ ਜਾਓਗੇ ਨਾ, ਡੀਪ 'ਚ ਨੀਚੇ ਤੱਕ ਜਾਓਗੇ, ਉੱਤੇ ਆਉਣ ਦੇ ਸਿਵਾ ਹੋਰ ਕੋਈ ਵੀ ਹੱਲ ਨਹੀਂ। ਜਦੋਂ ਤੁਸੀਂ ਨੀਚੇ ਜਾਂਦੇ ਤੁਹਾਨੂੰ ਆਇਆ ਲੱਗਦਾ ਯਾਰ ਇੰਨਾ ਨੀਚੇ ਚਲੇ ਗਏ। ਹਾਲੇਲੂਇਆ। ਨੀਚੇ ਜਾਓਗੇ, ਨੀਚੇ ਜਾਓਗੇ, ਉੱਤੇ ਆਉਣ ਦੇ ਸਿਵਾ ਹੋਰ ਕੋਈ ਵੀ ਹੱਲ ਹੈ। ਤੁਸੀਂ ਕਹਿੰਦੇ ਨੀਚੇ ਨਹੀਂ ਜਾਣਾ, ਉੱਪਰ ਹੀ ਰਹਿਣਾ। ਤੁਸੀਂ ਕਹਿੰਦੇ ਨੀਚੇ ਨਹੀਂ ਜਾਣਾ, ਉੱਪਰ ਹੀ ਰਹਿਣਾ। ਉੱਪਰ ਕੁਝ ਨਹੀਂ ਮਿਲਦਾ। ਸਫੈਦਿਆਂ ਨੂੰ ਕੁਝ ਲੱਗਦਾ ਦੇਖਿਆ ਪਰ ਕਿਹੜੀ ਚੀਜ਼ ਨੂੰ ਲੱਗਦੇ ਨੇ? ਸ਼ੂਟਿੰਗ ਚੀਜ਼। ਇੱਕ ਭਾਈ ਸੀਗਾ, ਗੱਲਾਂ ਕਰਨ ਲੱਗਣਾ ਸਾਡੇ ਨਾਲ, ਕਹਿੰਦਾ ਵੀ ਜੇ ਕੱਦੂ ਬੋੜ ਨੂੰ ਜਾਂ ਕਿੰਕਰਾਂ ਨੂੰ ਲੱਗਦੇ ਹੁੰਦੇ ਤਾਂ ਬੰਦਿਆਂ ਦੇ ਸਿਰ ਪਾਟ ਹੈ। ਮੈਂ ਕਿਹਾ ਵੇਖ ਲੈ ਇਹਨੂੰ ਕੀ ਸੁਝਿਆ। ਹਾਲੇਲੂਇਆ। ਵੀ ਇਸ ਬੰਦੇ ਨੂੰ ਕੀ ਸੁਝਿਆ ਵੀ ਹੋਰ ਕੋਈ ਗੱਲ ਨਹੀਂ, ਪ੍ਰਭੂ ਨੇ ਸਭ ਤੋਂ ਬੈਸਟ ਚੰਗਾ ਬਣਾਇਆ। ਉਹਨੇ ਸਮਝ ਸੋਚ ਕੇ ਬਣਾਇਆ, ਉਹਦੇ 'ਚ ਬਹੁਤ ਬੁੱਧੀ ਹੈ। ਉਹਨੇ ਬੁੱਧੀ ਦਾ ਧਰਤੀ ਆਕਾਸ਼ ਬਣਾਇਆ। ਹਾਲੇਲੂਇਆ। ਤੇ ਬੰਦੇ ਦੀ ਸੋਚ ਵੇਖ ਲੈ, ਕਹਿੰਦਾ ਜੇ ਯਾਰ ਕੱਦੂ ਇਹਨਾਂ ਨੂੰ ਲੱਗਦੇ ਹੁੰਦੇ। ਹਾਲੇਲੂਇਆ। ਤੇ ਫਿਰ ਅੱਗੋਂ ਜੇ ਮੰਨ ਲਓ ਕੋਈ ਹੱਲ ਨਾ ਹੋਵੇ ਨਾ, ਰੱਬਾ ਤੂੰ ਆਇਆ ਨਹੀਂ ਕੀਤਾ ਪੂਰਾ ਬਿੰਦੀ ਪਤਾ ਕਿਹਨੂੰ ਕਹੇ? ਬਿੰਦੀ ਤਾਂ ਵਾਲੇ ਕਹਿੰਦੇ ਨੇ ਤੇ ਧੋਕੇ ਮਾਰਦੇ। ਜੇ ਤੂੰ ਮੈਨੂੰ ਅੱਜ ਪੈਸੇ ਦਾ ਪ੍ਰਬੰਧ ਨਾ ਕੀਤਾ ਕੀ ਕਰ ਦੇਗਾ? ਨਹੀਂ ਕਰਦਾ ਤੂੰ ਵੀ ਕਰ ਲੇਗਾ, ਕਿਸ ਕਰ ਦੇਗਾ? ਉਹਦੇ ਨਾਲ ਪ੍ਰੇਮ ਨਾਲ ਉਹ ਵੀ ਪ੍ਰੇਮ ਕਰੇਗਾ। ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਮਿਲ ਜੇਗੀ, ਗੁੱਸਾ ਕਰੋਗੇ। ਪਾਪਾ ਦੀ ਸ਼ਾਇਦ ਤੁਸੀਂ ਟੈਸਟੀਮਨੀ ਸੁਣੀ ਹੋਵੇ। ਉਹ ਕਹਿੰਦਾ ਮੈਂ ਕਈ ਦਿਨ ਪ੍ਰਭੂ ਤੂੰ ਚੰਗਾ ਨਹੀਂ ਕਰਦਾ, ਮੈਂ ਨਹੀਂ ਪ੍ਰਾਰਥਨਾ ਕਰਦਾ। ਕਹਿੰਦਾ ਮੈਂ ਨਹੀਂ ਆਂਦਾ ਫਿਰ ਮੁੜ ਘੋੜ ਕੇ ਉੱਠ ਮੋੜ ਥੱਲੇ ਪਹਾੜ ਥੱਲੇ ਪ੍ਰਾਰਥਨਾ ਕਰਨੀ ਪੈਂਦੀ ਸੀ ਕਿਉਂਕਿ ਸ਼ੈਤਾਨ ਅਟੈਕ ਕਰਦਾ ਸੀ। ਹੋਰ ਕਿਤੇ ਵੀ ਰਸਤਾ ਹੈ ਨਹੀਂ ਸਿਵਾਏ ਯਿਸੂ ਦਾ। ਡੂੰਘਾਈ ਤੱਕ, ਡੀਪ ਤੱਕ ਜਾਓ, ਡੂੰਘੇ ਤੱਕ ਜਾਓ, ਪ੍ਰਭੂ ਨੂੰ ਖੋਜੋ ਵੀ ਇਹ ਹੈ ਕੌਣ? ਵੀ ਐ ਨਹੀਂ ਚੰਗਾ ਕਿਵੇਂ ਹੋ ਗਿਆ? 10 ਸਾਲ ਦੀ ਪ੍ਰੋਬਲਮ ਯਾਰ ਇੱਕ ਟੱਚ ਨਾ ਕਿੱਧਰ ਗਈ? ਦੇਖੋ ਕੌਣ, ਭਾਲੋ ਨੂੰ। ਹਾਲੇਲੂਇਆ। ਹਾਲੇਲੂਇਆ। ਭਾਲੋ ਕੌਣ ਹੈ? ਯਿਸੂ ਮਸੀਹ। ਉਹ ਯਾਰ ਇਹ ਚੰਗਾ ਕਿਵੇਂ ਹੋ ਸਕਦਾ? ਜਿਹਦੇ ਕੋਲੇ ਜਿਹਨੇ ਪਾਠ ਜਿਹਨੇ ਬੰਦੇ ਨੂੰ ਬਣਾਇਆ ਨਾ, ਉਹਦੇ ਕੋਲੇ ਸਾਰੇ ਪਾਠ ਹੈਗੇ। ਕਿਤੇ ਵੀ ਕੋਈ ਅੰਗ ਹੈ ਨਹੀਂ, ਅੰਗ ਬਣਾ ਦੇਗਾ ਕਦੋਂ? ਜਦੋਂ ਡੀਪ ਤੱਕ, ਡੂੰਘਾਈ ਤੱਕ, ਡੂੰਘੇ ਤੱਕ ਜਾਓਗੇ। ਹਾਲੇਲੂਇਆ। ਫਿਰ ਇਹੀ ਹੈ ਪੜਨਾ ਕੀ ਆਖਿਆ ਪਤਰਸ ਨੇ? ਜਾਓ ਵਚਨ ਕਰ ਹਟਿਆ ਤਾਂ ਸ਼ਮੂਨ ਨੂੰ ਕਿਹਾ ਭਾਈ ਡੂੰਘੇ ਪਾਣੀ ਵਿੱਚ ਲੈ ਚੱਲੋ ਅਤੇ ਸ਼ਿਕਾਰ ਲਈ ਆਪਣੇ ਜਾਲ ਪਾਓ। ਡੂੰਘੇ ਪਾਣੀ 'ਚ ਸ਼ਿਕਾਰ ਮਿਲਦਾ, ਪੱਤਨ ਤੇ ਨਹੀਂ ਮਿਲਦਾ। ਹਾਲੇਲੂਇਆ। ਪੱਤਨ ਤੇ ਮੱਛੀਆਂ ਹੁੰਦੀਆਂ ਹੈ, ਰਾਜੂ ਨੂੰ ਪਤਾ ਹੋਣਾ। ਹਾਂਜੀ ਪੱਤਨ ਤੇ ਹੁੰਦੀਆਂ। ਇਹ ਵੀ ਮਾਛੀ ਸੀ ਪਤਰਸ। ਇਹਨੇ ਆਦੀ ਬੇੜੀ ਵੀ ਦੇਤੀ ਉਹਨੂੰ। ਕਿਹਨੂੰ? ਯਿਸੂ ਮਸੀਹ ਨੂੰ। ਕਹਿੰਦਾ ਕਰ ਇਹਦੇ ਤੇ ਪ੍ਰਚਾਰ। ਫਿਰ ਉਹਦੇ ਅੱਖੇ ਵੀ ਲੱਗਿਆ। ਕਹਿੰਦਾ ਠੀਕ ਹੈ। ਕਹਿੰਦਾ ਡੂੰਘੇ ਲਈ ਸ਼ਿਕਾਰ ਪਾਓ। ਡੂੰਘੇ 'ਚ, ਡੀਪ 'ਚ ਜਾਣਾ ਵੀ ਪ੍ਰਭੂ ਹੈ ਕੌਣ? ਅੱਜ ਤੁਹਾਨੂੰ ਪੁੱਛ ਲੈਣਾ ਪ੍ਰਭੂ ਹੈ ਕੌਣ? ਕੋਈ ਕਹੇਗਾ ਚੰਗਾ ਕਰ ਲੈਣਾ, ਕੋਈ ਕਹੇਗਾ ਇਸ ਤਰ੍ਹਾਂ ਕਰ ਲੈਣਾ, ਕੋਈ ਕਹਿੰਦਾ ਬਈ ਅੰਨਿਆਂ ਨੂੰ ਵਕਤ ਦਾ, ਲੰਗੜਿਆਂ ਨੂੰ ਚਲਾਉਂਦਾ, ਮੁਰਦਿਆਂ ਨੂੰ ਜਿੰਦਾ ਕਰਦਾ, ਕੋੜੀਆਂ ਨੂੰ ਸ਼ੁੱਧ ਕਰਦਾ। ਆਹੋ ਕਰਦਾ, ਪਰ ਹੈ ਕੌਣ? ਕਹਿੰਦਾ ਬਾਬਾ ਹੀ ਸਮਝਦੇ, ਬਾਬਾ ਜੀ ਕੋਲ ਜਾਵਾਂਗੇ ਇਹ ਥੋੜਾ ਪਵਾ। ਇੱਕ ਭੈਣ ਸੀਗੀ ਭਾਗਸਰ ਤੋਂ ਆਂਦੀ ਭੈਣ। ਮੈਂ ਉਹਨੂੰ ਆਖਿਆ ਭੈਣ ਜਮਾ ਨਵੀਂ ਸੀ, ਪਹਿਲੇ ਦਿਨ ਹੀ ਹੈ। ਮੈਂ ਉਹਨੂੰ ਆਖਿਆ ਭੈਣ ਜੇ ਤੈਨੂੰ ਦਿੱਕਤ ਲੱਗੇ ਸ਼ੈਤਾਨ ਦੇ ਟਾਈਮ ਤੈਨੂੰ ਗਠੀਏ ਦੇ ਦੁਸ਼ਟ ਆਤਮਾ। ਮੈਂ ਕਿਹਾ ਭੈਣ ਜੇ ਤੈਨੂੰ ਜ਼ਿਆਦਾ ਦਿੱਕਤ ਲੱਗੇ ਤੇ ਪ੍ਰਾਰਥਨਾ ਵਾਲਾ ਪਾਣੀ ਤੁਸੀਂ ਯੂਜ਼ ਵਰਤ ਲੈ। ਠੀਕ ਹੈ। ਫੋਨ ਕਰ ਲਿਆ ਭੈਣ। ਕਹਿੰਦੀ ਮੈਂ ਬਾਬੇ ਦਾ ਲੋਹ ਵੀ ਪੀਤਾ ਸੀ। ਬਾਬਾ ਮੈਨੂੰ ਵੀ ਬਾਬਾ ਆਖਿਆ, ਯਿਸੂ ਮਸੀਹ ਨੂੰ ਵੀ ਬਾਬਾ। ਹਾਲੇਲੂਇਆ। ਕਹਿੰਦੀ ਬਾਬੇ ਦਾ ਲੋਹ ਵੀ ਪੀਤਾ ਸੀ ਬਾਬਾ, ਮੈਨੂੰ ਵੀ ਆਖੇ ਬਾਬਾ ਬਾਬੇ ਦਾ ਲੋਹ ਵੀ ਪੀਤਾ ਸੀ। ਉਹ ਲੋਕ ਪੰਜ ਚੱਕਰ ਖਾਂਦੇ ਆ। ਪ੍ਰਭੂ ਨੂੰ ਜਾਣੋ ਕੌਣ ਆ ਪ੍ਰਭੂ? ਯਿਸੂ ਮਸੀਹ ਨੂੰ ਜਾਣੋ ਕੌਣ ਆ? ਯਾਰ ਇਹ ਝੱਟ ਇੱਕ ਸਕਿੰਟ ਯਾਰ ਮੁਫਤ ਮੈਂ 10 ਸਾਲ ਧੱਕੇ ਖਾ ਲੇ, 20 ਸਾਲ ਧੱਕੇ ਖਾ ਲੇ, ਯਾਰ ਕੁਛ ਨਹੀਂ ਹੋਇਆ। ਇਹ ਹੈ ਕੌਣ ਹੈ ਯਾਰ ਜਿਹੜਾ ਮੁਕਤੀ ਕਰੀ ਜਾਂਦਾ? ਜੇ ਤੁਸੀਂ ਜਾਣ ਲਓਗੇ ਉਹਨੂੰ ਨਾ, ਤੁਹਾਡੀ ਚੰਗਿਆਈ ਜੀਵਨ ਭਰ ਤੱਕ, ਜਦ ਤੱਕ ਤੁਸੀਂ ਇਸ ਧਰਤੀ ਤੇ ਨਾ, ਤਦ ਤੱਕ ਨਹੀਂ ਖਰਾਬ ਹੋਏਗਾ।
ਗਵਾਹੀ ਟੈਸਟਮਨੀ ਕੁਛ ਵੀ ਹੈ। ਹਾਲੇਲੂਇਆ। ਹਾਂ ਅੱਗੇ ਮੈਨੂੰ ਕੀ ਕਰਨਾ, ਵਚਨ ਦੇ ਡੀਪ ਤੱਕ ਗਹਿਰਾਈ ਤੱਕ ਜਾ ਕੇ, ਜਦੋਂ ਗਹਿਰਾਈ ਤੱਕ ਜਾਵੜੇ ਉਦੋਂ ਸ਼ਿਕਾਰ ਲਈ, ਉਦੋਂ ਆਸ਼ੀਸ਼ ਲਈ, ਉਦੋਂ ਬਰਕਤ ਲਈ ਮੰਗੋ, ਤੁਰੰਤ ਹੀ ਮਿਲ ਜਾਏਗਾ। ਹਾਂ ਅੱਗੇ ਸ਼ਮੂਨ ਨੇ ਉੱਤਰ ਦਿੱਤਾ ਕਿ ਸਵਾਮੀ ਜੀ, ਅਸਾਂ ਸਾਰੀ ਰਾਤ ਮਿਹਨਤ ਕੀਤੀ ਪਰ ਕੁਝ ਨਾ ਫੜਿਆ, ਤਦ ਵੀ ਤੇਰੇ ਆਖਣ ਨਾਲ। ਅੱਗੋਂ ਪਤਰਸ ਪਤਾ ਕੀ ਕਹਿੰਦਾ, ਯੀਸ਼ੂ ਮਸੀਹ ਨੇ ਆਖਿਆ, ਕਹਿੰਦਾ ਡੂੰਘੇ 'ਚ ਜਾਣ ਪਾਓ, ਉੱਥੇ ਤੁਹਾਨੂੰ ਮੱਛੀਆਂ ਮਿਲਣ ਲੱਗੀਆਂ। ਅੱਗੋਂ ਪਤਰਸ ਦਾ ਜਵਾਬ ਕੀ ਕਹਿੰਦਾ, ਪ੍ਰਭੂ ਜੀ ਅਸੀਂ ਸਾਰੀ ਰਾਤ ਮਿਹਨਤ ਕੀਤੀ, ਸਾਰੀ ਰਾਤ ਮਿਹਨਤ ਕੀਤੀ, ਸਾਰੀ ਰਾਤ ਮਿਹਨਤ ਕੀਤੀ, ਪਰ ਕੁਝ ਵੀ ਲੋਕ ਕੌਣ ਆਪਦੀ ਮੱਤ ਨਾਲ ਸਾਰਾ ਕੁਝ ਕੀਤਾ ਉਹਨਾਂ ਨੇ। ਅੱਗੋਂ ਪਤਰਸ ਦਾ ਜਵਾਬ ਆਏ ਪ੍ਰਭੂ ਯੀਸ਼ੂ ਮਸੀਹ ਨੂੰ, ਕਹਿੰਦਾ ਅਸੀਂ ਸਾਰੀ ਰਾਤ ਮਿਹਨਤ ਕੀਤੀ ਪਰ ਕੁਝ ਵੀ। ਤੁਸੀਂ ਕਈ ਵਾਰੀ ਪ੍ਰਭੂ ਨੂੰ ਪਿੱਛੇ ਸਿੱਟ ਕੇ ਕਮਾਈ ਕਰਦੇ ਆ, ਸਭ ਕੁਝ ਕਰਦੇ ਆ, ਕੀ ਕਰਦੇ ਆ, ਕਮਾਈ ਕਰਦੇ ਆ। ਹੁਕਮ ਕਿਹਦਾ, ਵਚਨ ਕਿਹਦਾ ਕਿ ਮੇਰਾ ਹੈ, ਕਿਹਦਾ, ਪ੍ਰਭੂ ਦਾ। ਸਿਖਾ ਕਿਹਨੂੰ ਰਿਹਾ, ਤੁਹਾਨੂੰ। ਹਾਲੇਲੂਇਆ, ਹਾਲੇਲੂਇਆ। ਮੈਨੂੰ ਪਤਾ 100% ਨੀਂਦ ਆਏਗੀ, ਪਤਾ ਕਿਉਂ, ਸ਼ੈਤਾਨ ਨੂੰ ਪਤਾ ਅੱਜ ਜਾਣ ਵਾਲਾ ਹੋ। ਹਾਲੇਲੂਇਆ। ਕੀ ਕੀਤਾ, ਹਾਂ ਪੜ੍ਹ ਵੀ ਨਾ ਫਿਰ। ਸ਼ਮੂਨ ਨੇ ਉੱਤਰ ਦਿੱਤਾ ਕਿ ਸਵਾਮੀ ਜੀ, ਅਸਾਂ ਸਾਰੀ ਰਾਤ ਮਿਹਨਤ ਕੀਤੀ ਪਰ ਕੁਝ ਨਾ ਫੜਿਆ। ਪਹਿਲਾਂ ਆਪਣੀ ਮਿਹਨਤ ਲਾ ਰਹੀ ਸੀ ਸਾਰੀ ਰਾਤ, ਸਾਰਾ ਦਿਨ। ਹਾਲੇਲੂਇਆ। ਜ਼ਬੂਰ 27 ਚ ਤੁਸੀਂ ਪੜੋਗੇ ਨਾ, ਹਾਲੇਲੂਇਆ, ਉਸ ਨੂੰ ਗਰਮੀ ਕੁਝ ਨਹੀਂ ਕਹਿੰਦੀ। ਠੀਕ ਹੈ, ਕਿਹੜੀ ਚੀਜ਼ ਹੈ ਯੀਸ਼ੂ ਦੇ ਪ੍ਰੇਮ ਤੋਂ ਅਲੱਗ ਕਰ ਸਕਦੀ? ਗਰਮੀ ਕਰ ਸਕਦੀ ਨਹੀਂ, ਨਹੀਂ ਕਰ ਸਕਦਾ, ਨਹੀਂ ਕੋਈ ਵੀ ਨਹੀਂ। ਹਾਲੇਲੂਇਆ। ਕਹਿੰਦਾ ਸਾਰੀ ਰਾਤ ਮਿਹਨਤ ਕੀਤੀ, ਕੁਛ ਵੀ ਨਹੀਂ ਹਾਸਲ ਕੀਤਾ, ਕੁਛ ਵੀ ਅੱਗੇ ਵੜ ਨਹੀਂ ਲੱਗਾ। ਤਦ ਵੀ ਤੇਰੀ ਆਖਣ ਨਾਲ ਜਾਣ ਪਾਵਾਂਗਾ। ਕਹਿੰਦਾ ਤੇਰੇ ਕਹਿਣ ਨਾਲ। ਹੁਣ ਪ੍ਰਭੂ ਕਹਿੰਦਾ ਤੁਸੀਂ ਆ ਨਹੀਂ ਕਰਨੀ, ਆ ਨਹੀਂ ਕਰਨੀ, ਉਹ ਨਹੀਂ ਕਰਨੀ। ਕਹਿੰਦੇ ਪ੍ਰਭੂ ਤੈਨੂੰ ਨਹੀਂ ਪਤਾਗਾ, ਸਾਨੂੰ ਬੜਾ ਪਤਾ। ਫਿਰ ਕੁਛ ਲੱਭਦਾ। ਆ ਭੈਣ ਸੀ ਆਪਣੇ ਪਿੱਛੇ, ਇਹਨਾਂ ਦੀ ਮੰਮਾ, ਕੀ ਪੁੱਤ ਤੇਰੀ ਮੰਮਾ ਦਾ ਨਾਮ ਰਾਣੀ। ਮੈਂ ਕਿਹਾ ਭੈਣ ਵਿਚਲੀ ਤੁਸੀਂ ਚਲੋ ਝੋਨਾ ਸਾਰਿਆਂ ਨੇ ਲਾਉਣਾ, ਠੀਕ ਹੈ, ਇੱਕ ਦਾ ਸੰਡੇ ਤੁਸੀਂ ਚਲੋ ਸੀਜ਼ਨ ਲਾਉਣਾ ਜ਼ਰੂਰੀ ਹੈ, ਪਰ ਜਿਹਨੂੰ ਕੋਈ ਦਿੱਕਤ ਹੋਵੇ ਨਾ ਉਹ ਵਿੱਚ ਦੀ ਸੰਡੇ ਇੱਕ ਮਿਸ ਕਰ ਲਓ, ਕੋਈ ਗੱਲ ਨਹੀਂ। ਮੈਂ ਤਾਂ ਨਾ ਕੋਈ ਵੀ ਨਾ ਕਰੋ, ਕਿਉਂਕਿ ਪ੍ਰਭੂ ਕਹਿੰਦਾ ਮੇਰਾ ਹੁਕਮ ਤੋੜ ਹੀ ਨਾ, ਪਰ ਨਹੀਂ ਆਖੇ ਲੱਗੇ। ਹੁਣ ਇਹੋ ਜਿਹੀ ਦਿੱਕਤ ਆ ਗਈ ਸੀ, 10,000 ਰੁਪਏ, 10,000 ਦਾ ਵਿਚਾਰੀ ਨੇ ਝੋਨਾ ਨਹੀਂ ਲਾਇਆ ਤੇ ਸ਼ੈਤਾਨ ਨੇ ਖਾ ਲਿਆ। ਕਦੋਂ ਖਾਦਾ, ਜਦੋਂ ਪ੍ਰਭੂ ਦਾ ਹੁਕਮ। ਬਾਈਬਲ 'ਚ ਲਿਖਿਆ ਜਿਹੜਾ ਵਾੜਾ ਤੋੜੇਗਾ ਉਹਨੂੰ ਸ਼ੈਤਾਨ। ਵਾੜਾ ਕੀ, ਪ੍ਰਭੂ ਦਾ ਹੁਕਮ। ਹੁਕਮ ਤੋੜ ਕੇ ਜੋ ਕੁਝ ਕਮਾਉਣਾ ਚਾਹੋਗੇ ਗਵਾ ਲਓਗੇ। ਪ੍ਰਭੂ ਯੀਸ਼ੂ ਮਸੀਹ ਕਹਿੰਦਾ ਮੈਨੂੰ ਛੱਡ ਕੇ ਜਿਹੜੀ ਚੀਜ਼ ਤੁਸੀਂ ਪਾਉਣੀ ਚਾਹੋਗੇ ਨਾ ਗਵਾ ਲਓਗੇ। ਕੁਛ ਵੀ ਹੈ, ਸਰੀਰ, ਆਸ਼ੀਸ਼, ਕੁਛ ਵੀ ਹੈ, ਗਵਾ ਲਓਗੇ। ਹਾਲੇਲੂਇਆ। ਜੇ ਉਹਨੂੰ ਆਖਿਆ ਪ੍ਰਭੂ ਤੇਰੀ ਖਾਤਰ ਆ ਛੱਡਿਆ, ਉਹ ਕਹਿੰਦਾ 100 ਗੁਣਾ ਆਖਿਆ ਉਹਨੇ, ਕਹਿੰਦਾ ਇੱਕ ਛੱਡਿਆ 100। ਮੈਂ ਨਹੀਂ ਕਹਿੰਦਾ, ਪ੍ਰਭੂ ਕਹਿੰਦਾ ਗਵਾ ਕੇ ਤਾਂ ਵੇਖੋ। ਮੈਂ ਤੁਹਾਨੂੰ ਦੱਸਿਆ ਮੈਂ ਇਹੋ ਜਿਹੇ 20 ਬੋਝੇ ਉਹਨਾਂ ਦਾ ਹੁਣ ਨਾਮ ਨਹੀਂ ਲੈਂਦਾ। ਹਾਲੇਲੂਇਆ। ਇੱਕ ਦਿਨ ਵੀ ਕਦੇ ਠਿਆਨੀ ਮੰਗੀ ਕਿਸੇ ਤੋਂ, ਇੱਕ ਦਿਨ ਵੀ। ਕਮਾਂਡ ਨਹੀਂ ਇਹ, ਪ੍ਰਭੂ ਦੀ ਕਿਰਪਾ। ਕਦੋਂ ਹੋਇਆ, ਜਦੋਂ ਸਿੱਧੇ ਹੋ ਗਏ। ਪਹਿਲਾਂ ਸਾਡੀ ਸਾਰੀ ਕਮਾਈ ਜਿਵੇਂ ਟਾਈਫਾਇਡ ਤੇ ਜਾਂਦੀ ਸੀ, ਹੋਰ ਪਾਸੇ ਆਹ ਕਰਾ ਲਿਆ, ਉਹ ਕਰਾ ਲਿਆ, ਉਹ ਕਰਾ ਲਿਆ, ਪਤਾ ਹੀ ਨਹੀਂ ਲੱਗਦਾ ਸੀ ਜਾਂਦੇ ਕਿੱਧਰ। ਆਪਦੇ ਜਿਹਨੇ ਬਥੇਰੇ ਬਚਾਉਣੇ, ਬਥੇਰਾ ਯਾਰ ਆਹ ਚੀਜ਼ ਨਹੀਂ ਰਹਿੰਦੀ। ਹੁਣ ਹਰ ਇੱਕ ਚੀਜ਼ ਬੈਸਟ ਲਈ ਦੀ, ਫੇਰ ਵੀ ਪ੍ਰਭੂ ਦੀ ਕਿਰਪਾ। ਮੇਰੇ ਬਿਜ਼ਨਸ 'ਚ ਕਦੇ ਬੜੋਤਰੀ ਨਹੀਂ ਹੋਈ ਸੀ, ਕਦੇ ਵੀ, ਕਦੇ ਵੀ। 2500 ਪ੍ਰਭੂ ਨਾਲ ਸਿੱਧੇ ਹੋ ਕੇ ਕਮਾਇਆ। ਕਦੋਂ, ਜਦੋਂ ਉਹਦੇ ਆਖੇ ਲੱਗੇ, ਜਦੋਂ ਉਹਦੇ ਕਹਿਣੇ ਤੇ ਜਾਣਾ। ਆਦੀ ਮੱਤ ਨਾਲ ਪਹਿਲਾਂ ਬਥੇਰਾ ਚਿਰ ਚੱਲ ਲਿਆ। ਹਾਲੇਲੂਇਆ। ਜਦੋਂ ਉਹਦੇ ਕਹਿਣੇ ਤੇ ਜਾਲ ਪਾਇਆ, ਫਿਰ ਕੀ ਹੋਇਆ ਅੱਗੇ। ਜਾਨ ਨੇ ਇਹ ਕੀਤਾ ਤਾਂ ਬਹੁਤ ਸਾਰੀਆਂ ਮੱਛੀਆਂ ਘੇਰ ਲਈਆਂ ਅਤੇ ਉਹਨਾਂ ਦੇ ਜਾਲ ਟੁੱਟਣ ਲੱਗੇ। ਤਦ ਉਹਨਾਂ ਆਪਣੇ ਸਾਂਝੀਆਂ ਨੂੰ ਜਿਹੜੇ ਦੂਜੀ ਬੇੜੀ ਉੱਤੇ ਸਨ ਸੈਨਤ ਕੀਤੀ, ਜੋ ਆਣ ਕੇ ਸਾਡੀ ਮਦਦ ਕਰੋ। 6 ਪੜ ਰਹੇ
ਹਾਂ 6 ਪੜੋ। ਜਾਂ ਉਹਨਾਂ ਇਹ ਕੀਤਾ ਤਾਂ ਬਹੁਤ ਸਾਰੀਆਂ ਮੱਛੀਆਂ ਘੇਰ ਲਈਆਂ। ਜਾਂ ਉਹਨਾਂ ਨੇ ਇਹ ਕੀਤਾ, ਕੀ ਕੀਤਾ? ਜਾਂ ਉਹਨਾਂ ਨੇ ਪ੍ਰਭੂ ਦੀ ਗੱਲ ਸੁਣੀ। ਪਿਛਲੇ ਵਚਨ ਚ ਲਿਖਿਆ ਜਾਂ ਕਹਿੰਦੇ ਪ੍ਰਭੂ ਤੇਰੇ ਕਹਿਣੇ ਤੇ, ਜਾਂ ਉਹਨਾਂ ਨੇ ਇਹ, ਜਾਂ ਫਿਰ ਆਖਿਆ ਜੇ, ਜਾਂ ਇੱਥੇ ਲੱਗਦਾ ਜੇ ਭੈਣ ਤੂੰ ਐ ਕਰੇਂਗੀ ਨਾ ਤੇ ਤੇਰਾ ਘਰਾਨਾ ਬਚਾਇਆ। ਜੇ ਅਗੀ ਜੇ ਤੇਰੇ ਤੇ ਡਿਪੈਂਡ ਆ, ਤੇਰੇ ਤੇ ਭਾਈ ਡਿਪੈਂਡ ਆ। ਜੇ ਤੂੰ ਪ੍ਰਭੂ ਦਾ ਹੁਕਮ ਮੰਨੇਗਾ ਤੇ ਤੇਰਾ ਘਰ ਸੁਧਰ ਜਾਏਗਾ, ਤੇਰੇ ਹਾਲਾਤ ਸੁਧਰ ਜਾਣਗੇ। ਜੇ ਤੇ ਕਿਹਦੇ ਤੇ ਆ ਗਈ, ਕਿਹਦੇ ਤੇ ਡਿਪੈਂਡ ਆ? ਚੰਗਿਆਈ ਲੈਣੀ, ਆਸ਼ੀਸ਼ ਲੈਣੀ ਕਿਹਦੇ ਤੇ? ਪ੍ਰਭੂ ਤੇ ਕਿ ਆਪਣੇ ਤੇ? ਉਹਦੇ ਹੁਕਮ ਮੰਨਾਂਗੇ ਮਿਲ ਜਾਏਗੀ, ਨਹੀਂ ਮੰਨਾਂਗੇ 10 ਸਾਲ ਲੱਗ ਸਕਦੇ, 20 ਸਾਲ। ਕਈ ਬੰਦੇ ਇਸ ਤਰ੍ਹਾਂ ਕਹਿੰਦੇ ਆ ਇੱਕ ਨਿੱਕੀ ਜੀ ਗਲਤੀ ਨੂੰ ਛੱਡਣ ਵਾਸਤੇ 10 ਸਾਲ ਲਾ ਦਿੰਦੇ। 10 ਸਾਲ ਆਸ਼ੀਸ਼ ਮਿਲੇਗੀ। ਅਬਰਾਮ ਨੇ ਕਿੰਨਾ ਚਿਰ ਲਾਇਆ? ਪ੍ਰਭੂ ਨੇ ਵਾਅਦਾ ਕੀਤਾ, ਕਹਿੰਦਾ ਮੈਂ ਤੈਨੂੰ ਇੱਕ ਪੁੱਤਰ ਦੇਵਾਂਗਾ, ਤੇਰੀ ਅੰਸ਼ ਇੰਨੀ ਹੋਏਗੀ। ਕਿੰਨੇ ਸਾਲਾਂ ਬਾਅਦ ਆਸ਼ੀਸ਼ ਮਿਲੇਗੀ? 99 ਸਾਲ ਬਾਅਦ। ਹਾਂ ਬੇਟਾ ਤਾਂ 99 ਸਾਲ ਪਰ ਵਾਅਦਾ ਕੀਤਾ, ਉਦੋਂ 75 ਸਾਲ ਦਾ ਸੀਗਾ। 25 ਸਾਲ ਬਾਅਦ ਪਰਮੇਸ਼ਰ ਉਹਦੇ ਅੱਗੇ ਸਾਹਮਣੇ ਪਰ ਕਹਿੰਦਾ ਮੈਂ ਮੇਰੇ ਕੋਲ ਰੈਡੀ ਆ, ਕਹਿੰਦਾ ਤਿਆਰ ਆ, ਮੈਂ ਦੇਣਾ ਚਾਹੁੰਦਾ ਪਰ ਸਿੱਧ ਹੋ। ਨਹੀਂ ਪੜਿਆ ਨਾ, ਪਤਾ ਨਹੀਂ ਤੁਸੀਂ ਪੜਿਆ ਜਾਂ ਨਹੀਂ ਪੜਿਆ, ਉਹ ਤਾਂ ਪਤਾ ਹੀ ਕਿਤਾਬ ਵਿੱਚ 12 ਤੋਂ ਸ਼ੁਰੂ ਹੋ ਜਾਂਦਾ ਅਬਰਾਮ ਦੀ ਸਟੋਰੀ। ਹਾਲੇਲੂਇਆ, 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 ਹਾਲੇਲੂਇਆ। ਜੇ ਕਿਹਦੇ ਤੇ ਆ ਗਈ? ਜੇ ਤੂੰ ਭੈਣੇ ਭਾਈ ਆਪਦੇ ਪਤੀ ਨੂੰ ਬਦਲਣਾ ਚਾਹੁੰਦੀ ਆ, ਕਿਹਦੇ ਤੇ ਆ ਗਈ? ਜੇ ਕਿਹਦੇ ਤੇ ਆ ਗਈ? ਆਪਦੇ ਬਿਜ਼ਨਸ ਨੂੰ ਬਦਲਣਾ ਚਾਹੁੰਦੇ, ਆਪਦੇ ਬੱਚਿਆਂ ਨੂੰ ਸੁਧਾਰਨਾ ਚਾਹੁੰਦੇ, ਜੇ ਕਿਹਦੇ ਤੇ ਆ ਗਿਆ? ਆਪਣੇ ਤੇ ਆ ਗਿਆ। ਜੇ ਹੁਕਮ ਮੰਨਾਂਗੇ ਤਾਂ, ਕਿਉਂਕਿ ਜਿਨ੍ਹਾਂ ਨੇ ਮੰਨਿਆ ਉਹ ਰਾਜੇ ਬਣੇ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਬਣੇ ਆ, ਜਿਨ੍ਹਾਂ ਨੇ ਹੁਕਮ ਪੂਰੇ ਕੀਤੇ ਆ। ਜਿਨ੍ਹਾਂ ਨੇ ਨਹੀਂ ਕੀਤੇ ਉਹਨਾਂ ਨੂੰ ਇਹ ਲੱਗਦਾ ਵੀ ਇਹ ਨਹੀਂ ਹੋ ਸਕਦਾ, ਹੋ ਹੀ ਨਹੀਂ ਸਕਦਾ। ਹਾਲੇਲੂਇਆ। ਹਾਂ ਇਹ ਪੜ੍ਹ ਲਓ। ਜਾਂ ਇਹ ਕੀਤਾ ਤਾਂ ਬਹੁਤ ਸਾਰੀਆਂ ਮੱਛੀਆਂ ਘੇਰ ਲਈਆਂ ਅਤੇ ਉਹਨਾਂ ਦੇ ਜਾਲ ਟੁੱਟਣ ਲੱਗੇ। ਬਹੁਤ ਸਾਰੀ ਆਸ਼ੀਸ਼ ਦੇਊਗਾ ਪਰਮੇਸ਼ਰ, ਬਹੁਤ ਸਾਰੀ। ਕਦੋਂ? ਜਦੋਂ ਹੁਕਮ ਮੰਨਿਆ ਜਾਏ। ਹਾਂਜੀ ਅੱਗੇ ਜਲਦੀ ਪੜ੍ਹ ਦੇ। ਤਦ ਉਹਨਾਂ ਆਪਣੇ ਸਾਂਝੀਆਂ ਨੂੰ ਜਿਹੜੇ ਦੂਜੀ ਬੇੜੀ ਉੱਤੇ ਸਨ ਸੈਨਤ ਕੀਤੀ, ਜੋ ਆਣ ਕੇ ਸਾਡੀ ਮਦਦ ਕਰੋ। ਸੋ ਉਹ ਆਏ। ਹਾਂਜੀ ਹੁਣ। ਤਦ ਉਹਨਾਂ ਆਪਣੇ ਸਾਂਝੀਆਂ ਨੂੰ ਜਿਹੜੇ ਦੂਜੀ ਬੇੜੀ ਉੱਤੇ ਸਨ ਸੈਨਤ ਕੀਤੀ, ਜੋ ਆਣ ਕੇ ਸਾਡੀ ਮਦਦ ਕਰੋ। ਸੋ ਉਹ ਆਏ ਔਰ ਦੋਵੇਂ ਬੇੜੀਆਂ ਜਿਹੀਆਂ ਭਰ ਲਈਆਂ ਜੋ ਡੁੱਬਣ ਲੱਗੀਆਂ। ਜਾਂ ਉਹਨਾਂ ਇਹ ਕੀਤਾ ਤਾਂ ਬਹੁਤ ਸਾਰੀਆਂ ਮੱਛੀਆਂ ਘੇਰ ਲਈਆਂ ਅਤੇ ਉਹਨਾਂ ਦੇ ਜਾਲ ਟੁੱਟਣ ਲੱਗੇ। ਬਸ ਹਾਲੇਲੂਇਆ। ਕਦੋਂ ਹੋਇਆ? ਕਿਹਦੇ ਅੱਖੇ ਲੱਗੇ? ਤੇ ਕਹਿੰਦੇ ਨੇ ਪ੍ਰਭੂ ਜੀ ਤੈਨੂੰ ਨਹੀਂ ਮੱਛੀਆਂ ਦਾ ਤਜਰਬਾ, ਅਸੀਂ ਇੰਨੇ ਸਾਲਾਂ ਤੋਂ ਮੱਛੀਆਂ, ਤੈਨੂੰ ਕੀ ਪਤਾ? ਤੂੰ ਆਪਦਾ ਕੰਮ ਕਰ, ਤੂੰ ਪ੍ਰਚਾਰ ਹੀ ਕਰੀ ਚੱਲ, ਤੂੰ ਲੋਕਾਂ ਨੂੰ ਸੁਣਾਈ ਚੱਲ ਵਚਨ, ਤੈਨੂੰ ਨਹੀਂ ਪਤਾ ਮੱਛੀਆਂ ਕਿੱਥੇ ਆ। ਕਹਿ ਸਕਦੇ ਸੀ ਨਾ ਪ੍ਰਭੂ ਨੂੰ ਕੋਈ ਤਜਰਬਾ ਸੀਗਾ ਮੱਛੀਆਂ ਫੜਨ ਦਾ? ਪਰ ਉਹ ਕਹਿ ਸਕਦੇ ਸੀ ਪ੍ਰਭੂ ਜੀ ਤੈਨੂੰ ਨਹੀਂ ਪਤਾ, ਸਾਨੂੰ ਤਜਰਬਾ ਸੀ, ਸਾਰੀ ਰਾਤ ਇਸੇ ਥਾਂ 'ਚ ਮਿਹਨਤ ਕੀਤੀ ਹੈ, ਇੱਕ ਮੱਛੀ ਵੀ ਨਹੀਂ ਫੜੀ। ਪਰ ਤੇਰੇ ਕਹਿਣੇ ਤੇ ਜਾਲ ਪਾਏ ਤੇ ਫਿਰ ਕੀ ਹੋਇਆ? ਤੇ ਜਾਲ ਹੈ ਟੁੱਟਣ, ਓਵਰਫਲੋ ਹੋ ਜਾਏਗੀ ਤੁਹਾਡੀ ਆਸ਼ੀਸ਼, ਓਵਰਫਲੋ ਹੋ ਜਾਏਗੀ ਤੁਹਾਡੀ ਆਸ਼ੀਸ਼ ਜੇ ਪ੍ਰਭੂ ਦਾ ਹੁਕਮ ਮੰਨੋਗੇ। ਅੱਜ ਉਹ ਗ੍ਰੇਸ, ਅੱਜ ਉਹ ਸਮਰਥ ਤੁਹਾਡੇ ਜੀਵਨ 'ਚ ਆਏ। ਅੱਜ ਉਹ ਸਮਰਥ, ਉਹ ਗ੍ਰੇਸ ਪ੍ਰਭੂ ਦੇ ਹੁਕਮ ਤੇ ਚੱਲਣ ਦੀ ਓਵਰਫਲੋ ਆਸ਼ੀਸ਼ ਦੀ ਅੱਜ ਹੀ ਆਈ, ਅੱਜ ਹੀ ਆਈ, ਅੱਜ ਹੀ ਆਈ। ਇਸ ਦੇ ਸਮਰਥ ਦੀ ਨਾਮ ਕਦੋਂ ਹੋਇਆ? ਕਦੋਂ ਓਵਰਫਲੋ ਹੋਇਆ? ਉਹਨੇ ਆਖਿਆ ਕਹਿੰਦਾ ਇੰਨੀ ਆਸ਼ੀਸ਼ ਦੇਗਾ ਤੇ ਰੱਖਣ ਦੀ ਜਗ੍ਹਾ। ਹੁਣ ਸਾਡਾ ਕਮਰਾ ਨਾ ਆਦੇ ਨੇ ਸਭ ਚੁਣ ਕੇ ਵੇਖ ਲਿਆ, ਨਹੀਂ ਲੋੜ ਲਾਉਂਦਾ। ਹਾਲੇਲੂਇਆ। ਕਦੋਂ ਹੋਇਆ? ਹੁਕਮ ਤੇ ਮੰਨ ਲਓ ਜੇ ਕੀਬੋਰਡ ਲੈ ਆਂਦਾ ਨਾ
कीबोर्ड भी लिया, लैक्स स्टैंड भी लिया, होर चीज़ां, फिर की करना पऊगा, तंबू वधाने पैने, होर फिर वधी जाना है काम। कदों वो कहता धर्मी जाना प्रकाश वधदा ही वधदा ही वधदा ही। जे धर्मी आ तो अपने हालात सुधर जाएंगे, जे धर्मी नहीं तो नहीं हालात सुधरने। कदों तक? ਜਦੋਂ ਤੱਕ ਆਸ਼ੀਸ਼ ਮਿਲਦੀ ਨਹੀਂ, ਲੱਗੇ ਰਹਿਣਾ ਉਹਦਾ ਦਰਵਾਜ਼ਾ ਖੜਕਾਉਣ, ਪ੍ਰਭੂ ਮੈਨੂੰ ਚਾਹੀਦਾ, ਮੈਂ ਸਭ ਉਹ ਚੀਜ਼ਾਂ ਛੱਡ ਦਿੱਤੀਆਂ ਜੋ ਤੇਰੇ ਖਿਲਾਫ ਸੀ, ਮੰਗਣਾ ਜਿਹੜੀ ਨਹੀਂ ਚੀਜ਼। ਹੁਣ ਦੋ ਪਾਸ਼ਾ ਦੇ ਉਹਦੇ ਜੀਵਨ 'ਚ ਕੋਈ ਗਲਤੀ ਸੀਗੀ, ਇੱਕ ਕੀਤੀ ਉਹਨੂੰ क्षमा ਮੰਗ ਲਈ, ਉਸ ਤੋਂ ਬਾਅਦ ਕੋਈ ਗਲਤੀ ਸੀਗੀ ਉਹਦੇ ਜੀਵਨ 'ਚ? ਫਿਰ ਵੀ ਕਹਿੰਦਾ ਪ੍ਰਭੂ ਮੈਨੂੰ ਗੁਪਤ ਪਾਪਾਂ ਤੋਂ ਜਿਹੜੇ ਮੈਂ ਨਹੀਂ ਵਰੀ ਕਰ, ਆਜ਼ਾਦ ਕਰ, ਫ੍ਰੀ ਕਰ। बहुत सारे लोगों को पता होंगे जो मैं मसीह च नवा चलने लगा, मैं शारीरिक रीति ਨਾਲ सारे गंदे काम छड्डते, सारे बुरे काम छड्ड दिते, पर स्पिरिट च गंदे, आत्मा च गंदे ख्याल आंदे सी। एक दिन प्रभु दा वचन आया मेरे कोल, कहंदा परमेश्वर दे भय नाल आत्मा और शरीर ਨੂੰ पवित्रता ਨੂੰ संपूर्ण पूरा करो। फिर उस वचन को बोलता रहा आपदे ते, बोलता रहा प्रभु तेरे वचन में लिखा मेरी स्पिरिट ਨੂੰ पाक कर दे, मेरे आत्मा ਨੂੰ पाक कर दे। ये गंदे विचारे ते चाहते हैं, हर वो दुष्ट आत्मा जो गंदे विचार पाउंदी है तेरी याद नाल सड़े। स्पिरिट भी सही होगी, बॉडी भी सही होगी, शरीर भी सही हो गया, आत्मा भी सही होगी। हालेलुया। कदों होया? जे प्रभु दे वचन दा ना पता हुंदा, मैं बोलना नहीं सी, खामोश होना। ताने तुहानू कहना डीप गहराई च जाओ। बहुत सारे एक मैं किसी भाई के खिलाफ उदों वचन दा थोड़ी नॉलेज सी, किसी भाई के खिलाफ बोल पिया, प्रभु ने मैं प्रार्थना करके सो गया, एक वचन पाया मेरे जी, मैं वचन पढ़िया सी तां ही प्रभु ने वचन दोबारा मेरे नाल गल कीती। वो कहता जिन्ने चोपड़े बोला यहोवा उन्हां नूं वढ सुट्टेगा। मैनू ना जो वचन प्रभु ने मेरे नाल गल कीती, सुते मैनू इन्ना डर लग्या ना, मैं फिर ये की है यकदम कहंदा इन्ना वचन पढ़, जबूर 12 पढ़िया, उत्थे लिखिया चोपड़े बोला, तो बंदे ना बोल नहीं सकते चीज। हालेलुया। इथों कुछ होर सी ते अंदरों कुछ होर। कहंदा सारे चोपड़े बोलन मैं वढ, कहंदा पर तू चुप बदला लेना, कहंदा मैं चुप कर गया। ना वचन दा पता हुंदा ते मैं आपदी लड़ाई आदे जने ओदे नाल लड़न दी कोशिश, ते फिर ठोकर। एकदम मैंने बड़ा डर लगा रात में। वो तीन गल कर जो बंदा नीचे चढ़दा ना, शैतान ने ढिक्के लाउंदा, डरांदा, धमकांदा, तैनू इन्ना हो गया, तैनू आ हो गया, तैनू वो हो गया। कदों? जो कच्चा हुंदा बंदा, जो पक जे उदों। सुपना आया, प्रभु कहंदा अल्फा अते ओमेगा मैं, शुरू अते एंड। जो वचन पता लगे उस तो बाद डर खाता। जे वचन पढ़े ही ना हुंदा, प्रभु टैक उदों ही मारदी। अज तुहानू पता नहीं प्रभु गल किवें करदा, कई वारी तुहाडे नाल गल कर जांदा, तुहानू पता ही नहीं लगदा भी किहदी है, कारण की है शरीर च। जे पापा ठीक है आधार लैनी पैंदी पापा दी, क्योंकि बहुत सुनते पापा नूं। एक बंदा सी कहंदा मैं पास्टर बनना, मैं कहा पास्टर बनना पापा दा वचन सुन ला, तैनू बाइबल स्टडी करने की कोई लोड़ नहीं। हाँ कर सकते, तुसीं कर सकते। मैं बाइबल स्टडी वाले ने जिहड़े ਉਹ ਸਟੱਡੀ ਨਾਲ ਚੱਲਦੀ ਹੈ ਤੇ ਆਪਣਾ ਜੀਵਨ ਪਵਿੱਤਰ ਆਤਮਾ ਨਾਲ ਚੱਲਣਾ। ਆਤਮਾ ਜਿਵੇਂ ਗਵਾਹੀ ਕਰੇਗਾ ਨਾ, ਇੱਕ ਥਾਂ ਤੇ ਪੁਲਿਸ ਪ੍ਰਚਾਰ ਕਰਨ ਜਾ ਰਿਹਾ ਸੀ, ਪਵਿੱਤਰ ਆਤਮਾ ਕਹਿੰਦਾ ਇੱਥੇ ਨਹੀਂ ਜਾਣਾ, ਇੱਥੇ ਪ੍ਰਚਾਰ ਕਰਨ ਨਹੀਂ ਜਾਣਾ। ਕਿੱਥੇ? ਹਾਂ ਚਲੋ ਕੋਈ ਗੱਲ ਨਹੀਂ। ਹਾਲੇਲੂਇਆ ਖੜੇ ਕਰੋ। ਹਾਲੇਲੂਇਆ। ਕਹਿੰਦਾ ਇੱਥੇ ਪ੍ਰਚਾਰ ਕਰਨ ਤੇ ਬਾਈਬਲ ਚ ਲਿਖਿਆ ਜਾਓ ਸਾਰੀ ਦੁਨੀਆ 'ਚ ਸੁਭ ਸਮਾਚਾਰ ਸੁਣਾਓ। ਹੁਣ ਵਚਨ ਨੂੰ ਮੰਨ ਗਏ ਕਿ ਪਵਿੱਤਰ ਆਤਮਾ ਦੀ ਗਵਾਹੀ ਨਾਲ ਚੱਲਣਾ। ਪਵਿੱਤਰ ਆਤਮਾ ਤੁਹਾਨੂੰ ਦੱਸੇਗਾ ਵੀ ਆਹ ਗਲਤ ਆ ਭਾਈ, ਇਹ ਨਹੀਂ ਕਰਨਾ, ਆਹ ਬਿਜ਼ਨਸ ਆ ਇਹ ਸ਼ੁਰੂ ਨਹੀਂ ਕਰਨਾ, ਇਹ ਗਲਤ ਆ। ਹਾਲੇਲੂਇਆ।
ਹਾਂਜੀ ਅੱਗੇ बढ़ के जल्दी समाप्त करांगे, 2 वचन हो रहे। ਤਦ ਉਹਨੇ ਆਪਣੇ ਸਾਂਝੀਆਂ ਨੂੰ ਜਿਹੜੇ ਦੂਜੀ ਬੇੜੀ ਉੱਤੇ ਸਨ ਸੈਨਤ ਕੀਤੀ ਜੋ ਆਣ ਕੇ ਸਾਡੀ ਮਦਦ ਕਰੋ। ਸੋ ਉਹ ਆਏ ਔਰ ਦੋਵੇਂ ਬੇੜੀਆਂ ਜਿਹੀਆਂ ਭਰ ਲਈਆਂ ਜੋ ਡੁੱਬਣ ਲੱਗੀਆਂ। ਤੁਹਾਨੂੰ ਫੇਰ ਕਹਿਣਾ ਤੁਹਾਨੂੰ ਆਸ਼ੀਸ਼ ਵੰਡਣੀ ਪਊਗੀ, ਆਸ਼ੀਸ਼ ਵੰਡਣੀ ਪਊਗੀ ਤੁਹਾਨੂੰ। ਆਖੋਗੇ ਭਾਈ ਆ ਹੈਲਪ ਕਰਾ ਮੇਰੀ, ਆ ਮੇਰੀ ਮੈਂ ਹੁਣ ਤੁਹਾਨੂੰ ਸਾਥ ਨਾ ਯਾਰ ਪੈਂਟ ਲਵਾ ਲਵਾਂ, ठीक है आ जाओ यार हेल्प करो, वो जब के टेस्टमनी करो, ਤੁਸੀਂ ਵੀ ਇਸ ਤਰ੍ਹਾਂ ਦਾ ਹੈਲਪ ਕਰਿਆ ਕਰੋਗੇ। ਹਾਂ ਥੋੜੇ ਦਿਨ ਹੋ ਗਏ ਕਿ ਭਾਈ ਸੀ ਮੇਰੇ ਕੋਲ ਪੈਸੇ ਲੈਣ ਆ ਗਿਆ, ਪੈਸੇ ਦੇ ਦੇ। ਮੈਂ ਕਿਹਾ ਪ੍ਰਭੂ ਕਹਿੰਦਾ ਵੀ ਲੈਣ ਵਾਲਾ ਦੇਣਾ ਉੱਤਮ। ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਮੋੜ ਤੇ ਠੀਕ ਆ, ਨਹੀਂ ਮੋੜੇ ਪਰ ਪ੍ਰਭੂ ਨੂੰ ਜੇ ਮਨ ਚ ਪਾਇਆ ਤਾਂ ਮੋੜ ਹੈ। ਉਹ ਕਹਿੰਦਾ ਤੁਸੀਂ ਕਰਜ਼ਾ ਦਿਓਗੇ, ਵੰਡੋਗੇ ਆਸ਼ੀਸ਼, ਵੰਡੋਗੇ ਲਓਗੇ ਨਹੀਂ। ਕਦੋਂ ਹੁੰਦਾ, ਕਦੋਂ ਲੈਂਦੇ ਆ ਜਦੋਂ ਪ੍ਰਭੂ ਦਾ ਹੁਕਮ ਪੂਰਾ ਨਹੀਂ ਹੁੰਦਾ। ਹਾਂ ਅੱਗੇ ਜਲਦੀ। ਸ਼ਮੂਨ ਪਤਰਸ ਨੇ ਵੇਖ ਕੇ ਯਿਸੂ ਦੇ ਪੈਰੀ ਪਿਆ ਤੇ ਬੋਲਿਆ, ਪ੍ਰਭੂ ਜੀ ਮੇਰੇ ਕੋਲੋਂ ਚਲਿਆ ਜਾ, ਕਿਉਂ ਜੋ ਮੈਂ ਪਾਪੀ ਬੰਦਾ ਹਾਂ। ਐਨੀਆਂ ਮੱਛੀਆਂ ਫੜਨ ਕਰਕੇ ਉਹ ਅਤੇ ਉਹਦੇ ਨਾਲ ਦੇ ਸਭੇ ਹੈਰਾਨ ਹੋਏ ਅਤੇ ਇਸੇ ਤਰ੍ਹਾਂ ਜਬਦੀ ਦੇ ਪੁੱਤਰ ਯਾਕੂਬ ਅਤੇ ਹਾਲੇਲੂਇਆ। ਜਦੋਂ ਐਨੀ ਆਸ਼ੀਸ਼ ਹੁੰਦੀ ਨਾ ਆਪਣੇ ਕੋਲ, ਐਨੀ ਆਸ਼ੀਸ਼ ਹੁੰਦੀ ਹੈ ਤੇ ਲੋਕ ਹੈਰਾਨ ਹੋ ਜਾਂਦੇ ਵੀ ਇਹ ਕਰਦਾ ਕੀ ਹੈ। ਹਾਲੇਲੂਇਆ। ਇਹ ਲਿਆਉਂਦਾ ਕਿੱਥੋਂ ਆ। ਹਾਲੇਲੂਇਆ। ਇੱਕ ਭਾਈ ਨੇ ਮੇਰੇ ਕੋਲ ਗੱਲ ਕੀਤੀ, ਕਹਿੰਦੇ ਇਸ ਤੱਕ ਕਰਕੇ ਅਗੇ ਤੇਰਾ ਭਰਾ ਕਹਿੰਦਾ ਆ ਇਹਦੇ ਕੋਲੇ ਅਗੇ 15-20 ਲੱਖ ਰੁਪਇਆ ਹੈ, ਠੀਕ ਆ ਸ਼ਰੀਰ ਦੀ ਨਹੀਂ ਤੇ ਆ ਜਾਏਗਾ, ਪਰ ਲੋਕਾਂ ਨੂੰ ਲੱਗਦਾ ਵੀ ਕਰਦੇ ਕੀ ਆ। ਉਹਦਾ ਬਿਜ਼ਨਸ ਕਰਦਾ ਸੀ। ਹਾਲੇਲੂਇਆ। ਇੱਕ ਮੇਰੇ ਭਤੀਜੇ ਦੀ ਟੈਸਟੀਮਨੀ ਜਦੋਂ ਲੋਕਡਾਊਨ ਹੋਇਆ ਉਦੋਂ ਦੀ ਗੱਲ, ਠੀਕ ਹੈ। ਉਹ ਕਹਿੰਦਾ ਤੇਰੇ ਕੋਲ ਇੰਨੇ ਪੈਸੇ ਹੈਗੇ ਆ ਕਹਿੰਦਾ। ਸਾਡਾ ਪ੍ਰਭੂ ਸਾਡੇ ਨਾਲ ਹੈ। ਹਾਲੇਲੂਇਆ। ਕਦੋਂ ਹੋਇਆ ਜਦੋਂ ਹੁਕਮ ਤੇ ਪਹਿਲਾਂ ਆਦੀ ਹੱਥ ਲਾ ਕੇ ਸਾਰੇ ਡਾਕਟਰਾਂ ਨੂੰ ਦਿੱਤੇ ਆ। ਮੈਂ ਖੁਦ ਆਪਦੇ ਇੰਨੀਆਂ ਸਿਰ ਦੀਆਂ ਸਕੈਨਾਂ ਸਕੂਲਾਂ ਬਹੁਤ ਬਠਿੰਡਾ ਫਰੀਦਕੋਟ ਜਿੱਥੇ ਵੀ ਕੋਈ ਮੁਕਤਸਰ, ਠੀਕ ਹੈ, ਸਿਰ ਨਹੀਂ ਦੁਖਣਾ ਹੁੰਦਾ ਸੀ। ਬਹੁਤ ਬੜੇ ਯਤਨ ਕੀਤੇ, ਸਿਰ ਦੁਖਦਾ ਹੁੰਦਾ ਸੀ, ਬੜੇ ਯਤਨ ਕੀਤੇ, ਕੁਛ ਨਹੀਂ ਹੈ। ਪ੍ਰਭੂ ਕੋਲੇ ਆਏ, ਫਰੀ, ਕੋਈ ਪੈਸਾ ਨਹੀਂ, ਕੋਈ ਸਕੈਨ ਨਹੀਂ। ਉਹਨਾਂ ਨੇ ਇੱਕ ਬੰਦਾ ਮੇਰੇ ਨਾਲ ਬਠਿੰਡੇ, ਉਹਨਾਂ ਨੇ ਮੈਨੂੰ ਇਹ ਮਸ਼ੀਨ ਜੀ ਸਿਰ ਪਾ ਲਿਆ। ਮੈਂ ਡਰ ਗਿਆ, ਮੈਂ ਕਿਹਾ ਮੇਰੇ ਨਾਲ ਦੇ ਲਿਆਓ, ਪਤਾ ਨਹੀਂ ਕੀ ਕਰਨਗੇ। ਹਾਲੇਲੂਇਆ। ਪਰ ਪ੍ਰਭੂ ਨੇ ਉਹਨਾਂ ਸਾਰੀਆਂ ਚੀਜ਼ਾਂ ਚੋਂ ਮੁਫਤ ਹੀ ਕੱਢ ਲਿਆ। ਹਾਲੇਲੂਇਆ। ਪ੍ਰਭੂ ਨੇ ਤਾਰੀਫ ਕਰੋ। ਹਮ ਨਹੀਂ ਪੜ੍ਹ ਲੀजिए ਜਲਦੀ। ਮੈਨੂੰ ਬੜਾ ਟਾਈਮ। ਸ਼ਮੂਨ ਪਤਰਸ ਨੇ ਵੇਖ ਕੇ ਯਿਸੂ ਦੇ ਪੈਰੀ ਪਿਆ ਤੇ ਬੋਲਿਆ, ਪ੍ਰਭੂ ਜੀ ਮੇਰੇ ਕੋਲੋਂ ਚਲਿਆ ਜਾ, ਕਿਉਂ ਜੋ ਮੈਂ ਪਾਪੀ ਬੰਦਾ ਹਾਂ। ਐਨੀਆਂ ਮੱਛੀਆਂ ਫੜਨ ਕਰਕੇ ਉਹ ਅਤੇ ਉਹਦੇ ਨਾਲ ਦੇ ਸਭੇ ਹੈਰਾਨ ਹੋਏ ਅਤੇ ਇਸੇ ਤਰ੍ਹਾਂ ਜਬਦੀ ਦੇ ਪੁੱਤਰ ਯਾਕੂਬ ਅਤੇ ਯੋਹੰਨਾ ਵੀ ਜੋ ਸ਼ਮੂਨ ਦੇ ਸਾਂਝੀ ਸਨ ਹੈਰਾਨ ਹੋਏ। ਤਦ ਯਿਸੂ ਨੇ ਸ਼ਮੂਨ ਨੂੰ ਆਖਿਆ, ਨਾ ਡਰ, ਇਹ ਤੋਂ ਅੱਗੇ ਤੂੰ ਲੋਕਾਂ ਦਾ ਸ਼ਿਕਾਰੀ ਹੋਵੇਗਾ। ਤਦ ਉਹ ਆਪਣੀਆਂ ਬੇੜੀਆਂ ਕੰਢੇ ਲਿਆਏ। ਲੋਹੇ ਤੇ ਪੜੀ ਅੱਛਾ ਚੱਲਦਾ ਸੀ। 10 ਜਲਦੀ। ਅਤੇ ਇਸੇ ਤਰ੍ਹਾਂ ਜਬਦੀ ਦੇ ਪੁੱਤਰ ਯਾਕੂਬ ਅਤੇ ਯੋਹੰਨਾ ਵੀ ਜੋ ਸ਼ਮੂਨ ਦੇ ਸਾਂਝੀ ਸਨ ਹੈਰਾਨ ਹੋਏ। ਤਦ ਯਿਸੂ ਨੇ ਸ਼ਮੂਨ ਨੂੰ ਆਖਿਆ, ਨਾ ਡਰ, ਇਹ ਤੋਂ ਅੱਗੇ ਤੂੰ ਮਨੁੱਖਾਂ ਦਾ ਸ਼ਿਕਾਰੀ ਹੋਵੇਗਾ। ਬਸ ਅੱਗੇ ਤੁਸੀਂ ਮਨੁੱਖਾਂ ਦੇ ਸ਼ਿਕਾਰੀ ਹੋਵੋਗੇ। ਸ਼ਿਕਾਰ ਫੜੋਗੇ ਤੁਸੀਂ। ਕਿਵੇਂ ਫੜੋਗੇ? ਹਾਲੇਲੂਇਆ। ਪਤਾ ਕਿਵੇਂ? ਉਹ ਭੈਣ ਨੂੰ ਕਿਸੇ ਨੇ ਦੱਸਿਆ, ਉਹ ਸ਼ਿਕਾਰ ਫੜ ਕੇ ਲਿਆਂਦਾ। ਕੌਣ ਸੀ ਉਹ? ਦੁਸ਼ਟ ਆਤਮਾ ਯਿਸੂ ਨੇ ਕੱਢ ਦਿੱਤਾ। ਐਸ ਤੱਕ ਤੁਸੀਂ ਸ਼ਿਕਾਰ ਫੜੋਗੇ। ਆਪ ਤਾਂ ਛੁੱਟੇ ਹੀ ਆ, ਆਪਦੇ ਘਰ ਨੂੰ, ਆਂਢ ਗੁਆਂਢ ਨੂੰ ਛਡਾ ਲਓਗੇ। ਪ੍ਰਭੂ ਕਹਿੰਦਾ ਇਦੋਂ ਅੱਗੇ ਤੂੰ, ਅੱਜ ਤੋਂ ਤੂੰ ਮਾਛੀ ਨਹੀਂ ਰਹੇਗਾ। ਉਹ ਇੱਕ ਬਹੁਤ ਵੱਡਾ ਬਿਜ਼ਨਸ ਸੀ, ਬਹੁਤ ਅੱਗੇ ਵੱਧ ਗਿਆ। ਫਿਰ ਜਲਦੀ ਸਮਝ ਆਇਆ। ਤਦ ਉਹ ਆਪਣੀਆਂ ਬੇੜੀਆਂ ਕੰਢੇ ਲਿਆਏ ਅਤੇ ਸਭ ਕੁਝ ਛੱਡ ਕੇ ਉਹਦੇ ਮਗਰ ਹੋ ਤੁਰੇ। ਕਿਹਦੇ ਮਗਰ?
ਸਾਰਾ ਕੁਝ ਛੱਡ ਕੇ ਮੰਨ ਲਓ ਉਸ ਟਾਈਮ 'ਚ ਜਿਹਦੇ ਕੋਲੇ ਜਹਾਜ਼ ਸੀਗਾ ਕਿੰਨਾ ਅਮੀਰ ਹੋ ਗਿਆ, ਆਪਦੀਆਂ ਦੋਵੇਂ ਬੇੜੀਆਂ ਛੱਡ ਕੇ ਦੋ ਤਾਂ ਸਿਮੋਨ ਤੇ ਯਾਕੂਬ ਤੇ ਪਤਰਸ ਤੇ ਅੰਦਰਿਆਸ ਦੋਵੇਂ ਭਰਾ ਸਭ ਕੁਝ ਛੱਡ ਕੇ ਇਹਦੇ ਮਗਰ ਉਤਰੇ। ਐਡਾ ਯਾਰ ਚੱਲਿਆ ਬਿਜ਼ਨਸ ਛੱਡ ਕੇ ਅਗਲਾ ਕਹਿੰਦਾ ਯਾਰ ਐ ਕਰਨਾ, ਮੈਂ ਤੁਹਾਨੂੰ ਦੱਸ ਚੁੱਕਾ ਪਿਛਲੇ ਸੰਡੇ ਹੀ ਮੈਂ ਬੋਲਿਆ ਸੀ ਜੇ ਮੈਂ ਉਵੇਂ ਬਿਜ਼ਨਸ ਕਰਾਂ ਤਾਂ ਮੈਨੂੰ ਬਹੁਤ ਮੁਨਾਫਾ, ਪਰ ਯਿਸੂ ਮਸੀਹ ਕਹਿੰਦਾ ਕਿ ਜਾਣ ਦੇ ਬਦਲੇ ਕੀ ਦੇਗਾ। ਉਹਦੀ ਇੱਛਾ ਬਹੁਤ ਸਾਰੇ ਲੋਕ ਛਡਾਏ ਜਾਣ, ਮੇਰੀ ਇੱਛਾ ਮੇਰੇ ਕੋਲ ਪੈਸੇ ਆ ਜਾਣ, ਉਹਦੀ ਇੱਛਾ ਪੂਰੀ ਹੋਵੇ ਮੇਰੀ ਨਹੀਂ। ਉਹਦੀ ਇੱਛਾ ਠੀਕ ਆ ਭੈਣ ਨੂੰ ਛਡਾ ਲੈ, ਹੋਰ ਅੱਜ ਪਤਾ ਨਹੀਂ ਕਿੰਨੇ ਛਡਾਏ ਜਾਣੇ ਪ੍ਰਤੀ ਦਿਨ ਹਰੇਕ ਸੰਡੇ ਕੋਈ ਨਾ ਕੋਈ ਛਡਾਇਆ ਜਾਂਦਾ, ਹਰੇਕ ਸੰਡੇ ਹੁਣ ਇੱਕ ਦੋ ਫਿਰ ਹਜ਼ਾਰਾਂ ਚ ਟੈਸਟਮਨੀ ਹੋਇਆ ਕਰਨਗੇ, ਹਜ਼ਾਰਾਂ ਚ ਬਪਤਿਸਮੇ ਹੋਇਆ ਕਰਨਗੇ। ਹਾਲੇਲੂਇਆ। ਕਦੋਂ ਹੋਣਗੇ? ਜਦੋਂ ਉਹਦੇ ਨਾਲ ਚੱਲਦੇ ਉਹਦੇ ਪਿੱਛੇ ਇਹਨਾਂ ਨੇ ਸਾਰਾ ਪਸਾਦਾ ਛੱਡ ਕੇ ਕੀ ਕੀਤਾ? ਕਿਹਦੇ ਪਿੱਛੇ ਜਾਵੜੇ? ਨਾ ਜੀ, ਕੰਮ ਛੱਡ ਕੇ ਯਿਸੂ ਮਸੀਹ ਦੇ ਪਿੱਛੇ। ਬੜਾ ਸੰਡੇ ਆ, ਝੋਨਾ ਕਿਹਨੇ ਲਾਉਣਾ, ਦਿਹਾੜੀ ਕਿਹਨੇ ਜਾਣਾ, ਤਾਈ ਦਾ ਸਿਰ ਤੋਂ ਤਾਂ ਪਤਾ ਨਹੀਂ ਲੈ ਕੇ ਆਉਣਾ। ਅੱਛਾ ਤੇ ਪ੍ਰਭੂ ਉਹ ਕੋਈ ਗੱਲ ਨਹੀਂ, ਪ੍ਰਭੂ ਨੂੰ ਅਗਲੇ ਸੰਡੇ ਆ ਕੇ ਉਹ ਪਿਛਲੇ ਸੰਡੇ ਨਾਲ ਅਸੀਂ ਗਏ ਸੀ, ਸਾਡੇ ਤਾਂ ਆ ਹੋ ਗਿਆ। ਉਹਦਾ ਹੁਕਮ ਨਾ ਮੰਨੋਗੇ ਨੁਕਸਾਨ ਕਿਹਦਾ? ਆਪਣਾ ਮੰਨਾਂਗੇ ਫਾਇਦਾ ਕਿਹਦਾ? ਹਾਲੇਲੂਇਆ। ਅਸੀਂ ਵੀ ਬੰਦੇ ਹੀ ਆ, ਸਾਡੇ ਨਾਲ ਨਹੀਂ ਘਟਨਾ ਘਟਦੀਆਂ। ਹੋਰ ਜਿਹੜੇ ਪ੍ਰਭੂ ਦੇ ਦਾਸ ਸਹੀ ਚੱਲਦੇ ਆ, ਹੋਰ ਵਿਸ਼ਵਾਸੀ ਜਿਹੜੇ ਸਹੀ ਚੱਲਦੇ, ਉਹਨਾਂ ਨਾਲ ਘਟਨਾ ਕਾਹਤੋਂ ਨਹੀਂ ਵਾਪਰਦੀਆਂ? ਜਿਹੜੇ ਵਜਨ ਦੌੜਦੇ ਉਹਨਾਂ ਨਾਲ ਉਹ ਚੀਜ਼ ਹੁੰਦੀ ਹੈ। ਸਾਰਾ ਕੁਝ ਛੱਡ ਕੇ ਉਹਦੇ ਫਿਰ ਤਦ ਯਿਸੂ ਨੇ ਸ਼ਮੂਨ ਨੂੰ ਆਖਿਆ ਨਾ, 11 ਤਦ ਉਹ ਆਪਣੀਆਂ ਬੇੜੀਆਂ ਕੰਢੇ ਲਿਆਏ ਅਤੇ ਸਭ ਕੁਝ ਛੱਡ ਕੇ ਉਹਦੇ ਮਗਰ ਹੋ ਤੁਰੇ। ਭਰਿਆ ਭਰਾਇਆ ਮਾਲ ਹੀ ਚੱਲ ਪ੍ਰਭੂ ਤੂੰ ਯਾਰ, ਅਸੀਂ ਇੰਨੇ ਚਿਰ ਦਾ ਸਾਡਾ ਤਜਰਬਾ ਵੀ ਮੱਛੀਆਂ ਤੂੰ ਕੱਢੀਆਂ ਕਿਵੇਂ, ਇੰਨੀ ਆਸ਼ਿਸ਼ ਲਿਆਂਦੀ ਤੁਸੀਂ ਹੈਰਾਨ ਹੋ ਜਾਓਗੇ। ਯਿਸੂ ਮਸੀਹ ਦੇ ਨਾਮ 'ਚ ਤੁਸੀਂ ਹੈਰਾਨ ਹੋ ਜਾਓਗੇ। ਆਪਦੀ ਹੀ ਆਸ਼ਿਸ਼ ਦੇਖ ਕੇ ਹੈਰਾਨ ਹੋ ਜਾਓਗੇ। ਯਿਸੂ ਦੇ ਸਬਦ ਨਾਲ ਉਹ ਆਸ਼ਿਸ਼ ਅੱਜ ਹੀ ਤੁਹਾਡੇ ਜੀਵਨ 'ਚ ਆਏ, ਉਹ ਆਸ਼ਿਸ਼ ਉਹ ਬਰਕਤ ਅੱਜ ਹੀ ਓਵਰਫਲੋ ਹੋ ਜਾਏ। ਓਵਰਫਲੋ ਉਹ ਸ਼ਰੀਰ ਦੀ ਚੰਗਿਆਈ ਹੋ ਸਕਦੀ ਹੈ, ਆਸ਼ਿਸ਼ ਬਰਕਤ ਹੋ ਸਕਦੀ ਹੈ। ਓਵਰਫਲੋ ਯਿਸੂ ਦੇ ਨਾਮ 'ਚ। ਹਾਂ ਅਗਲੀ ਆਇਤ ਪੜ੍ਹ ਦੀजिए ਜਲਦੀ। ਲੂਕਾ 6:46 ਤੁਸੀਂ ਮੈਨੂੰ ਪ੍ਰਭੂ ਪ੍ਰਭੂ ਕਰਕੇ ਕਿਉਂ ਪੁਕਾਰਦੇ ਹੋ, ਪਰ ਜੋ ਮੈਂ ਕਹਿੰਦਾ ਹਾਂ ਸੋ ਨਹੀਂ ਕਰਦੇ। ਯਿਸੂ ਮਸੀਹ ਕਹਿੰਦਾ ਤੁਸੀਂ ਮੈਨੂੰ ਪ੍ਰਭੂ ਪ੍ਰਭੂ ਕਰਕੇ ਕਿਉਂ ਪੁਕਾਰਦੇ ਹੋ, ਪਰ ਜੋ ਮੈਂ ਕਹਿੰਦਾ ਉਹ ਕਰਦੇ ਨਹੀਂ। ਹਰੇਕ ਜਣਾ ਪ੍ਰਭੂ ਤੂੰ ਬਹੁਤ ਮਹਾਨ ਅਦਭੁਤ, ਤੂੰ ਵੱਡੇ ਕੰਮ ਕਰਦਾ। ਪਰ ਉਹ ਕਹਿੰਦਾ ਕੀ? ਕਹਿੰਦਾ ਤੁਸੀਂ ਮੈਨੂੰ ਪ੍ਰਭੂ ਪ੍ਰਭੂ ਕਰਕੇ ਕਿਉਂ ਪੁਕਾਰਦੇ, ਪਰ ਜੋ ਮੈਂ ਕਹਿੰਦਾ, ਜੋ ਮੈਂ ਤੈਨੂੰ ਹੁਕਮ ਦਿੰਦਾ ਉਹ ਮੰਨਦੇ ਹੀ ਨਹੀਂ। ਮੰਨਣ ਚ ਕਿਹਦਾ ਫਾਇਦਾ ਹੈ? ਆਉਂਦਾ ਹੀ ਹੈ। ਹਾਲੇਲੂਇਆ। ਪ੍ਰਭੂ ਦੇ ਆਖੇ ਠੀਕ ਹੈ, ਪ੍ਰਭੂ ਦੀ ਮੱਤ ਤੇ ਚੱਲਣਾ। ਅਗਲਾ ਵਚਨ ਜਲਦੀ ਪੜ੍ਹਦੀ। ਮੱਤੀ 7:24-27 ਸੋ ਹਰੇਕ ਜੋ ਮੇਰੇ ਇਹ ਵਚਨ ਸੁਣਦਾ, ਕਿਹਦੇ ਵਚਨ ਸੁਣੀਏ ਨੇ ਤੁਸੀਂ? ਕਹਿੰਦਾ ਹਰੇਕ ਕਿ ਇਸ ਭਾਈ ਨੂੰ ਆਖਦਾ, ਕਹਿੰਦਾ ਹਰੇਕ ਜੋ ਮੇਰੇ ਇਹ ਵਚਨ ਸੁਣਦਾ ਅਤੇ ਉਹਨਾਂ ਉੱਤੇ ਚੱਲਦਾ ਹੈ, ਉਸ ਬੁੱਧਵਾਨ ਵਰਗਾ ਜਾਣਿਆ ਜਾਏਗਾ, ਜਿਹਨੇ ਪੱਥਰ ਉੱਤੇ ਆਪਣਾ ਘਰ ਬਣਾਇਆ, ਅਤੇ ਮੀਂਹ ਵਰਿਆ ਅਤੇ ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਔਰ ਉਸ ਘਰ ਨੂੰ ਧੱਕਾ ਮਾਰਿਆ ਗਿਆ, ਪਰ ਉਹ ਨਾ ਡਿੱਗਿਆ। ਪਰ ਲੱਗ ਗਿਆ ਤੇ ਪਰ ਨਾ ਡਿੱਗਿਆ। ਹੁਣ ਇਹ ਗੱਲ ਤੁਹਾਨੂੰ ਤਾਂ ਲੱਗਦੀ ਹੋਣੀ ਇਸ ਮਕਾਨ ਦੀ ਹੋ ਰਹੀ ਹੈ, ਆਈ ਲੱਗਦਾ। ਹਾਲੇਲੂਇਆ। ਚੰਗਾ ਸਰ ਗਿਆ ਸੀ ਗੱਲ ਲੈਂਟਰ ਹੋਣੇ ਘਰ, ਇਹ ਵਿਸ਼ਵਾਸ ਦੀ ਗੱਲ ਹੋ ਰਹੀ ਹੈ ਪ੍ਰਭੂ।
खेती और मन लो जिहदा कच्चा विश्वास है, जिन्होंने वचन की नॉलेज नहीं, वचन नहीं, उन्होंने लोग तूफान किवें आउणगे, बीमारी आएगी, ठोकर खा के डिग पैणगे। हालेलुया। ठोकर खा के ते जी वचन की नॉलेज हुई, कहंदा जो मेरे ये वचन, आ वचन किहदा, ये बाइबल किहने बनाई है, वचन किहदे लिखे, कहंदा जेड़ा कोई मेरे ये वचन सुनदा उस बुद्धवाना वर्गा होएगा जिन्हें चट्टान ते पत्थर ते आपदा घर, कई तो इस तरह के बंदे आ यार दोस्त भी खुश कर ले, प्रभु ने भी खुश कर लिया, वो कोई गल नहीं, एक पैग ला लिया करो, है क्यों ना प्रभु कड़ा है, कहंदा कुछ नहीं हुंदा, माड़ा जा कर लिया करो, हाँ खंड। हालेलुया। सप दसदा, शैतान दसदा। हालेलुया, हालेलुया, हालेलुया। हाँ मीना पढ़ जल्दी। पर वो ना डिग्या क्योंकि पर वो ना डिग्या क्यों? क्योंकि हम सानू दुनिया की कोई भी ताकत नहीं हिला सकती, साडे विश्वास नूं, साडे फेथ नूं कारण प्रभु दा वचन, नॉलेज। प्रभु कहंदा सच्चाई नूं जानो ते सच्चाई तुहानू आजाद। सच्चाई की है? सच्चाई प्रभु दी बाणी है, सच्चाई वचन। हालेलुया। जे तुसीं इस रीति नाल चलोगे, बुद्धि पालोगे वचन नाल, शैतान तंग नहीं करेगा, दुनिया की कोई ताकत तुहानू देख नहीं सकेगी, स्वर्ग जान तो कोई मिस नहीं कर सकेगा तुहानू। हालेलुया। हाँ जल्दी मेरा पढ़ दे। क्योंकि ਉਹਦੀ ਨਿਉ ਪੱਥਰ ਉੱਤੇ ਧਰੀ ਹੋਈ ਸੀ ਅਤੇ ਹਰੇਕ ਜੋ ਮੇਰੇ ਬਚਨ ਸੁਣਦਾ ਤੇ ਉਹਨਾਂ ਉੱਤੇ ਨਹੀਂ ਚੱਲਦਾ ਉਸ ਮੂਰਖ ਵਰਗਾ ਠਹਿਰਾਇਆ ਜਾਵੇਗਾ ਜਿਹਨੇ ਆਪਣਾ ਘਰ ਰੇਤ ਉੱਤੇ ਬਣਾਇਆ ਅਤੇ ਮੀਂਹ ਵਰਿਆ ਅਤੇ ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਔਰ ਉਸ ਘਰ ਨੂੰ ਧੱਕਾ ਮਾਰਿਆ ਅਤੇ ਉਹ ਢਹਿ ਪਿਆ ਅਤੇ ਉਹਦਾ ਵੱਡਾ ਨਾਸ਼ ਹੋਇਆ। ਹੁਣ ਇੱਥੇ ਦੋ ਗੱਲਾਂ, ਇੱਕ ਕਹਿੰਦਾ ਜਿਹੜੇ ਗੱਲਾਂ ਮੇਰੀਆਂ ਗੱਲਾਂ ਸੁਣ ਕੇ ਉਹਦੇ ਤੇ ਚੱਲਿਆ, ਉਹਨੇ ਤਾਂ ਘਰ ਬਣਾਇਆ ਚਟਾਨ ਤੇ ਪੱਥਰ ਤੇ, ਚੰਗਾ ਸਰੀਆ ਸੁਰੀਆ ਪਾਇਆ, ਠੀਕ ਹੈ, ਲੈਂਟਰ ਪਾਇਆ, ਬੜੀਆਂ ਹਨੇਰੀਆਂ ਆਈਆਂ, ਨਹੀਂ ਹਿੱਲਿਆ। ਇੱਕ ਨੇ ਲੋਕਾਂ ਦੀਆਂ ਵੀ ਸੁਣੀਆਂ, ਠੀਕ ਹੈ, ਉਹਨੂੰ ਮੂਰਖ। ਹੁਣ ਤੁਸੀਂ ਤੁਹਾਡੇ ਅੱਗੇ ਦੋ ਸਵਾਲ ਆ, ਮੂਰਖ ਬਣਨਾ ਚਾਹੁੰਦੇ ਆ ਕਿ ਬੁੱਧਵਾਨ? ਬਾਈਬਲ ਕਹਿੰਦਾ ਜਿਹਨੂੰ ਬੁੱਧੀ ਦਾ ਘਾਟਾ ਉਹ ਯਹੋਵਾ ਕੋਲ ਮੰਗੇ। नहीं समझ आती प्रभु को मंगो, प्रभु मैंने समझ नहीं आती की करा, दस मैनू कदे नहीं प्रार्थना की। बाइबल च लिखा यहोवा दा डर ही बुद्धि। बहुत सारे लोग गलती करने के डरते नहीं, प्रभु देखी जाता, होर कोई चोरी कर लगे, बंदा मेरा सीसीटीवी लग गया, अच्छा जो एडा सीसीटीवी उत्ते लग गया, वो नहीं देना तेन। हालेलुया। यार इत्थे किहड़ा कोई दा एनू करके ला लो, ते जेड़ा उत्ते लगया पिया ओदियां नजरां तां पताल दे थल्ले भी है। लो तो हालेलुया। तांजे कहना यहोवा दा डर बुद्धि दी, जे तुसीं ओदा डर रखोगे, भय रखोगे ना तुहाडे अंदर, फिर नहीं वो गल कहना, बुद्धि आ जाएगी तुहाडे अंदर। मैं भाई बिंदर ने शायद मराड़े जाके सी, मैं कि पास्टर दी बाइबल स्टडी कीती हो, वो गल लाइव हो जाएगी, रहने दे, ठीक है। हालेलुया, हालेलुया। क्योंकि परमेश्वर की बुद्धि दा कोई नहीं सामना कर सकता। मेरे अंदर मेरी बुद्धि नहीं, जो मैं सुना रहा मेरा कुछ नहीं कहते, ये पवित्र आत्मा बोल रहा। मैं तो गोड्या से सिर लेके जो प्रार्थना करता था सी, गोड्या से सिर लेके इन्नी शर्म मंदा सी। हालेलुया। बोल कौन रहा? जब तक पवित्र आत्मा सताਉਂਦਾ है ना बंदे ਨੂੰ, ਉਹ ਸਾਹਿਤ ਨਹੀਂ ਕਰਦਾ, ਤਦ ਤੱਕ ਕੋਈ ਬੰਦਾ ਬੋਲ ਨਹੀਂ ਸਕਦਾ। ਮੈਂ ਤੁਹਾਨੂੰ ਕਹਿ ਦਿੰਦਾ ਨਹੀਂ ਬੋਲ ਪਾਉਂਦੇ, ਕਾਰਨ ਕਿਉਂਕਿ ਪਵਿੱਤਰ ਆਤਮਾ ਨੇ ਸਤਾਇਆ ਨਹੀਂ ਤੁਹਾਨੂੰ। ਹਾਲੇਲੂਇਆ, 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 ਹਾਲੇਲੂਇਆ। ਦੱਸੋ ਕੀ ਕੌਣ ਬਣਨਾ? ਬੁੱਧੀਵਾਨ ਬਣਨਾ ਹੈ? ਪ੍ਰਭੂ ਦੇ ਹੁਕਮ ਤੇ ਚੱਲਣਾ। ਪਤਰਸ ਉਹਨਾਂ ਨੇ ਸਾਰੀ ਕੋਸ ਵਾਲਾ ਕੋਸ ਹੋਵੇ ਜਾਂ ਸੰਡੇ ਕੋਸ ਹੋਵੇ, ਉਹਦੇ ਨਾਲ ਤੁਸੀਂ ਪਿਆਰ ਕਰੋਗੇ ਉਹ ਵੀ ਕਰੇਗਾ, ਨਹੀਂ ਕਰੋਗੇ ਉਹਦੇ ਕਹਿੰਦਾ ਯਿਸੂ ਮਸੀਹ ਕਹਿੰਦਾ ਜੇ ਤੁਸੀਂ ਮੇਰੇ ਪ੍ਰੇਮ ਕਰਦੇ ਤੇ ਮੇਰੇ ਹੁਕਮਾਂ ਦੀ ਪਾਲਣਾ, ਜ਼ਬਾਨ ਤੋਂ ਕਹੀ ਜਾਣਾ ਮੈਂ ਬਹੁਤ ਪ੍ਰੇਮ ਕਰਦਾ, ਬਹੁਤ ਪ੍ਰੇਮ, ਪਰ ਦਿਲ ਕੰਮ ਨੂੰ ਦੇ ਰੱਖਿਆ, ਕੁੜੀ ਨੂੰ ਦੇ ਰੱਖਿਆ, ਮੁੰਡੇ ਨੂੰ ਦੇ ਰੱਖਿਆ, ਕੰਮ ਨੂੰ ਦੇ ਰੱਖਿਆ, ਨਸ਼ੇ ਨੂੰ ਦੇ ਸਕਿਆ, ਬੇਬੀਚਾਰ ਨੂੰ ਦੇ ਰੱਖਿਆ,
ਦਿਲ ਉਹਨੂੰ ਦੇ ਦੇਣਾ, ਸ਼ਬਦ ਉਹਨੂੰ ਦੇ ਦੇਣੇ, ਫਿਰ ਉਹਨਾਂ ਸ਼ਬਦਾਂ ਨੇ ਉਸੇ ਜ਼ਬਾਨ ਨਾਲ ਮੁਰਦੇ ਜਿੰਦਾ ਕਰੇਗਾ। ਹਾਲੇਲੂਇਆ, 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 ਹਾਲੇਲੂਇਆ। ਹੁਣ ਕੌਣ ਬਣਨਾ? ਲਾਸਟ ਪੜ੍ਹੋ ਜਿਹਦੇ ਚ ਲਿਖਿਆ ਜੇ ਕੋਈ ਨਹੀਂ ਸੁਣਦਾ। ਅਤੇ ਮੀਂਹ ਵਰਿਆ ਅਤੇ ਹੜ੍ਹ ਆਏ ਤੇ ਹਨੇਰੀਆਂ ਵਗੀਆਂ ਔਰ ਉਸ ਘਰ ਨੂੰ ਧੱਕਾ ਮਾਰਿਆ ਤੇ ਉਹ ਢਹਿ ਪਿਆ ਅਤੇ ਉਹਦਾ ਵੱਡਾ ਨਾਸ਼ ਹੋਇਆ। ਦੁਬਾਰਾ ਪੜ੍ਹੋ ਜੀ। ਹਰੇਕ ਜੋ ਮੇਰੇ ਵਚਨ ਸੁਣਦਾ ਅਤੇ ਉਹਨਾਂ ਉੱਤੇ ਨਹੀਂ ਚੱਲਦਾ ਉਸ ਮੂਰਖ ਬਸ ਨਹੀਂ ਚੱਲਦਾ, ਇੱਥੇ ਲਿਖਿਆ ਹਰੇਕ। ਇਹ ਤੁਸੀਂ ਘਰੇ ਜਾ ਕੇ ਪੜ੍ਹਨਾ, ਨਹੀਂ ਨਾ ਪੜ੍ਹਨਾ, ਇੱਥੇ ਪੜ੍ਹਨਾ ਬਸ। ਹਾਲੇਲੂਇਆ, ਹਾਲੇਲੂਇਆ। ਦੋ ਗੱਲਾਂ ਇਹ ਦੋਵੇਂ ਜਿਹਦੇ ਕਿਹਦੇ ਕੋਲ ਬਾਈਬਲ ਹੈਗੀ, ਹੱਥ ਖੜਾ ਕੀਤਾ। ਕੌਣ ਕੌਣ ਪੜ੍ਹਦਾ? ਕਿੰਨੇ ਚੈਪਟਰ ਪੜ੍ਹਦੇ ਤੁਸੀਂ? ਅੱਛਾ ਤੁਸੀਂ 5 ਉਹਦੇ ਪੜ੍ਹਦੇ ਹੋ। ਤੁਹਾਨੂੰ ਦੱਸਾਂਗੇ ਕਿਵੇਂ ਪੜ੍ਹਨਾ, ਠੀਕ ਹੈ? ਹਾਲੇਲੂਇਆ। ਇਹ ਭੈਣ ਕਿੰਨੇ ਚਿਰ ਤੋਂ ਪ੍ਰਭੂ ਨੂੰ ਜਾਣਦੇ ਤੁਸੀਂ? 3 ਮਹੀਨੇ। 3 ਮਹੀਨੇ ਤੋਂ 10 ਚੈਪਟਰ ਪੜ੍ਹਦੇ। ਇਸੇ ਕਰਕੇ ਪ੍ਰਭੂ ਨੇ ਆਖਿਆ, ਕਹਿੰਦਾ ਜਿਹੜੇ ਪਹਿਲੇ ਹੋ ਪਿਛਲੇ ਆਏ ਹੋਣੇ ਉਹ ਹੁਣ ਤੁਸੀਂ ਭੈਣ ਕਿੰਨੇ ਚਿਰ ਤੋਂ ਪ੍ਰਭੂ ਚ? 5-6 ਸਾਲ ਹੋ ਗਏ ਤੇ ਕਿੰਨੇ ਚੈਪਟਰ ਪੜ੍ਹਦੇ? ਬਸ ਹੁਣ ਨਹੀਂ ਕਰ ਵੇਖੋ ਜੀ। ਐਂ ਕਿ ਪ੍ਰਭੂ ਕਹਿੰਦਾ ਜਿਹੜੇ ਪਹਿਲੇ ਹੋ ਪਿਛਲੇ, ਜਿਹੜੇ ਪਿਛਲੇ ਹੋ ਪਹਿਲੇ, ਇਹਨੇ ਪਿੱਛੋਂ ਵਿਸ਼ਵਾਸ ਕਰਕੇ ਟੌਪ ਤੇ ਜਾ ਰਹੇ ਆ। ਹਾਲੇਲੂਇਆ। ਅਮੀਰ ਜੀ ਤੁਸੀਂ ਕਦੋਂ ਕਿੰਨੇ ਚਿਰ ਤੋਂ ਪ੍ਰਭੂ ਚ? 1 ਸਾਲ ਤੋਂ। ਥੋੜੀ ਵੀ ਨਹੀਂ ਅੱਜ ਬਾਤ ਮੀਟਿੰਗ ਤੋਂ ਬਾਅਦ ਚਲਾ। ਹਾਲੇਲੂਇਆ, ਹਾਲੇਲੂਇਆ। ਧਰਤੀ ਤੇ ਆਪਦੇ ਆਪ ਕੁਝ ਨਹੀਂ ਹੁੰਦਾ। ਕਦੇ ਆਇਆ ਹੋਇਆ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਮੇਰੇ ਮੁੰਡੇ ਵਾਸਤੇ, ਅੱਜ ਮੇਰੇ ਮੁੰਡੇ ਦਾ ਵਿਆਹ, ਹਲਵਾਈ ਆ ਜਾਣ, ਮਠਿਆਈ ਆ ਜਾਏ, ਗੰਢੇ ਆ ਜਾਣ, ਕਦੇ ਹੋਇਆ? ਜਾਣਾ ਪੈਂਦਾ, ਸਾਰਾ ਸਮਾਨ ਲੈ ਕੇ ਆਉਣਾ ਪੈਂਦਾ। ਪ੍ਰਾਰਥਨਾ ਲਈ ਟਾਈਮ ਨਿਕਲਦਾ ਨਹੀਂ, ਕਿਸੇ ਕੋਲੇ ਵੀ ਟਾਈਮ ਹੈ ਨਹੀਂਗਾ, ਕਿਸੇ ਕੋਲੇ ਵੀ ਟਾਈਮ ਹੈ ਨਹੀਂਗਾ। ਟਾਈਮ ਕੱਢਣਾ ਪੈਂਦਾ, ਟਾਈਮ ਕੱਢਣਾ ਪੈਂਦਾ। ਜੇ ਤੁਸੀਂ ਕੰਮ ਤੋਂ 8 ਵਜੇ ਆਉਣੇ ਆ, ਠੀਕ ਹੈ, ਮੰਨ ਲਓ ਜਦੋਂ 9 ਵਜੇ ਫਿਰ ਮਨ ਸਮਝਾਉਣਾ ਆ ਵੀ ਜੇ ਘੰਟਾ ਉੱਥੇ ਲੱਗ ਜਾਂਦਾ, ਪ੍ਰਭੂ ਨੂੰ 1 ਘੰਟਾ ਪ੍ਰਾਰਥਨਾ ਦੀ। ਹਾਲੇਲੂਇਆ। ਕੱਢਣਾ ਪੈਂਦਾ, ਆਪਦੇ ਆਪ ਕੁਛ ਨਹੀਂ ਹੁੰਦਾ। ਜੇ ਤੁਸੀਂ ਆਪਦੇ ਹਾਲਾਤ ਬਦਲਣਾ ਚਾਹੁੰਦੇ ਹੋ ਨਾ, ਇਹ ਤੁਹਾਡੇ ਤੇ ਡਿਪੈਂਡ ਕਰਦਾ। ਆਪਦੇ ਆਪ ਪ੍ਰਭੂ ਕਹਿੰਦਾ ਸਭ ਕੁਝ ਪੂਰਾ, ਆਖਰੀ ਸ਼ਬਦ ਬੋਲੇ, ਕਹਿੰਦਾ ਇਹਦੇ ਤੇ ਚੱਲੋ ਤੇ ਆਸ਼ੀਸ਼। ਪ੍ਰਭੂ ਨੇ ਹੁਣ ਕੁਝ ਨਹੀਂ ਕਰਨਾ, ਕਿਹਨੇ ਕਰਨਾ? ਜੇ ਤੂੰ ਜੱਸੇ ਚੱਲੇਗਾ ਤੂੰ ਆਸ਼ੀਸ਼ ਬੋਲ ਸਕਦਾ, ਧਰਮੀ ਦਾ ਵੰਸ਼ ਬਚਾਇਆ ਜਾਏਗਾ। ਬੋਲ ਸਕਦੇ ਤੁਹਾਡਾ ਬੱਚਾ ਨਸ਼ੇ ਕਰਦਾ, ਪ੍ਰਭੂ ਤੇਰੇ ਬੱਚੇ ਚ ਲਿਖਿਆ ਧਰਮੀ ਦਾ ਵੰਸ਼ ਬਚਾਇਆ ਜਾਏਗਾ। ਮੈਂ ਸਿੱਧੀ ਚਾਲ ਚੱਲਦੀ ਹਾਂ, ਸਿੱਧਾ ਚਾਲ ਚੱਲਦਾ, ਮੇਰਾ ਪੁੱਤ ਨਸ਼ੇ ਚੋਂ ਨਿਕਲੇ। ਕਦੇ ਵਚਨ ਬੋਲਿਆ? ਨਹੀਂ ਬੋਲਿਆ। ਕਹਿੰਦਾ ਮੁਕੱਦਮਾ ਲੜੋ, ਮੇਰੇ ਸਾਹਮਣੇ ਪੇਸ਼ ਕਰੋ। ਪ੍ਰਭੂ ਤੇਰੇ ਬੱਚੇ ਚ ਲਿਖਿਆ ਧਰਮੀ ਦਾ ਵੰਸ਼ ਬਚਾਇਆ ਜਾਏਗਾ। ਮੇਰਾ ਪੁੱਤ, ਮੇਰੀ ਧੀ ਇਸ ਗੰਦੇ ਕੰਮ ਚੋਂ, ਸ਼ਰਾਬ ਚੋਂ, ਨਸ਼ੇ ਚੋਂ, ਉਸ ਗੰਦਗੀ ਚੋਂ ਨਿਕਲਾ, ਇਸ ਬਿਮਾਰੀ ਚੋਂ। ਕਦੇ ਨਹੀਂ ਕੀਤਾ, ਕਦੇ ਵਚਨ ਨਹੀਂ ਬੋਲਿਆ, ਕਦੇ ਮੁਕੱਦਮਾ ਲੜਿਆ ਨਹੀਂ। ਅੱਜ ਲੜੋਗੇ ਤੁਸੀਂ ਯਿਸੂ ਮਸੀਹ ਦੇ ਨਾਮ ਤੇ। ਅੱਜ ਲੜੋਗੇ ਯਿਸੂ ਮਸੀਹ ਦੇ ਨਾਮ ਤੇ। ਅੱਜ ਲੜੋਗੇ ਯਿਸੂ ਮਸੀਹ ਦੇ ਨਾਮ ਤੇ। ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਦਾ। ਮੂਸਾ ਨੂੰ ਕੌਣ ਕੌਣ ਜਾਣਦੇ? 2 ਭੈਣਾਂ ਜਾਣਦੇ। ਮੂਸਾ ਪਰਮੇਸ਼ਰ ਦਾ ਦਾਸ ਬਹੁਤ ਮਹਾਨ ਸੀ। ਉਹਨੇ ਲਾਲ ਸਮੁੰਦਰ ਤੋਂ ਭਾਗ ਕੀਤਾ। 10 ਪੱਤੀਆਂ ਮਿਸਰ ਤੇ ਲਿਆਂਦੇ, ਪੱਥਰ ਚੋਂ ਪਾਣੀ ਕੱਢੇ, ਹੋਰ ਬਹੁਤ ਵੱਡੇ ਕੰਮ ਕੀਤੇ। ਧਰਤੀ ਖੋਲੀ ਉਹਦੇ ਕਹਿਣ ਤੇ, ਉਹ ਗਲਤ ਚੱਲਦੇ ਸੀ ਉਹਨੂੰ ਨਿਕਲ ਲਿਆ। ਹੋਰ ਤੁਹਾਨੂੰ ਕੀ ਦੱਸਾਂ, ਵੱਡੇ ਵੱਡੇ ਕੰਮ। ਬਸ ਤੁਹਾਨੂੰ ਇਹਨਾਂ ਸਮਝਾਉਣਾ ਚਾਹੁੰਦਾ, ਮੂਸਾ ਪਰਮੇਸ਼ਰ ਦਾ ਦਾਸ। ਨੋਟ ਰੱਖਣਾ, ਠੀਕ ਹੈ? ਇੱਕ ਸੋਟੀ ਸੀ, ਇੱਕ ਖੋਤਾ ਸੀ, ਇੱਕ ਹੱਡੀ ਸੀ। ਹੱਡੀ ਉੱਤਮ, ਸੋਟੀ ਉੱਤਮ, ਗਧਾ ਉੱਤਮ। ਦੱਸੋ 4 ਚੀਜ਼ਾਂ। ਪਹਿਲਾਂ ਮੂਸਾ
ਬੰਦਾ ਜੜੀ ਹੱਡੀ ਸੋਟੀ ਗਧਾ ਇਹਨਾਂ ਚੋਂ ਉੱਤਮ ਕਿਹੜੀ ਚੀਜ਼ ਹੈ ਬੈਸਟ ਕਿਹੜੀ ਹੈ ਬੰਦਾ ਵੀ ਵਿੱਚ ਦੱਸੀ ਬੰਦਾ ਪੰਜਵਾਂ ਗੁੱਸਾ ਕਾਪੀ ਦਿੱਤਾ ਬੰਦਾ ਸੋਟੀ ਠੀਕ ਹੈ ਹੱਡੀ ਗਧਾ ਮੈਂ ਖੋਤਾ ਲਿਖ ਦਿੰਦਾ ਮੈਂ ਗਧਾ ਸ਼ਬਦ ਹੋ ਰਹਾ ਹੈ ਇਹ ਭੈਣ ਕਹਿੰਦੀ ਬੰਦਾ ਹਾਂ ਹੋਰ ਹਾਂ ਹੱਡੀ ਭਾਈ ਕਹਿੰਦਾ ਹੱਡੀ ਹਾਂਜੀ ਹੋਰ ਕਹਿੰਦੇ ਸੋਟੀ ਭੈਣ ਕਹਿੰਦੀ ਸੋਟੀ ਉਹਨਾਂ ਨੇ ਸੋਟਾ ਮਾਰੇ ਸੀ ਪਾਣੀ ਗਧੇ ਨੂੰ ਗਧੇ ਕਿਨੇ ਝਾਕਦਾ ਦੇਖਿਓ ਗਧੇ ਦਾ ਕਿਸੇ ਨੇ ਨਹੀਂ ਹਾਲੇਲੂਇਆ ਤੁਸੀਂ ਆਪ ਸਭ ਤੋਂ ਪਹਿਲਾਂ ਤਾਂ ਇੱਕ ਮੇਰੀ ਗੱਲ ਸੁਣੋ ਆਪਦੇ ਤੇ ਤਰਸ ਖਾਣਾ ਚਾਹਦੇ ਤੇ ਸਭ ਤੋਂ ਪਹਿਲਾਂ ਲੋਕਾਂ ਤੇ ਤਰਸ ਕਰਨ ਵਾਲਾ ਨਾ ਆਪਦੇ ਤੇ ਤਰਸ ਕਰਨਾ ਕਿਉਂਕਿ ਬਹੁਤ ਸਾਰਿਆਂ ਦੇ ਲੱਤਾਂ ਨਹੀਂ ਕਿਸੇ ਦੇ ਹੱਥ ਨਹੀਂ ਕਿਸੇ ਦੇ ਪੈਰ ਨਹੀਂ ਕਿਸੇ ਦੇ ਮੂੰਹ ਨਹੀਂ ਕੋਈ ਅੰਨਾ ਕੋਈ ਕਿਵੇਂ ਪਰਮੇਸ਼ਰ ਨੇ ਤੁਹਾਨੂੰ ਬੈਸਟ ਬਹੁਤ ਗੁੱਡ ਸਰੀਰ ਦਿੱਤੇ ਆ ਸਭ ਤੋਂ ਪਹਿਲਾਂ ਇਹ ਤਰਸ ਕਰਨਾ ਆਪਦੇ ਤੇ ਤਰਸ ਕਰਨਾ ਕਿਹਦੇ ਤੇ ਆਪਦੇ ਤੇ ਉਹ ਖੋਤੇ ਨੂੰ ਯੂਜ਼ ਕਰ ਸਕਦਾ ਤੁਹਾਨੂੰ ਨਹੀਂ ਕਰ ਸਕਦਾ ਉਹ ਸੁੱਕੀ ਹੱਡੀ ਨੂੰ ਯੂਜ਼ ਕਰ ਸਕਦਾ ਸੁੱਕੀ ਡਾਂਗ ਨੂੰ ਯੂਜ਼ ਗੁੰਗਾ ਸੀ ਮੂਸਾ ਗੁੰਗਾ ਉਹਨੂੰ ਯੂਜ਼ ਕਰ ਸਕਦਾ ਕਿ ਤੁਹਾਨੂੰ ਨਹੀਂ ਕਰ ਸਕਦਾ ਕਰ ਸਕਦਾ ਚਾਰੇ ਚੀਜ਼ਾਂ ਉੱਤਮ ਹਾਲੇਲੂਇਆ ਹੁਣ ਅਗਲਾ ਕਹਿੰਦਾ ਗਧਾ ਪ੍ਰਭੂ ਨੇ ਗਧੇ ਨੂੰ ਯੂਜ਼ ਕੀਤਾ ਉਹਦੇ ਮੈਂ ਜਦੋਂ ਪ੍ਰਾਰਥਨਾ ਕਰਦਾ ਹੁੰਦਾ ਸੀ ਨਾ ਮੈਂ ਪਤਾ ਮੈਂ ਕਿਹਾ ਪ੍ਰਭੂ ਤੂੰ ਸੁੱਕੀ ਹੱਡੀ ਨੂੰ ਯੂਜ਼ ਕਰ ਸਕਦਾ ਕਿ ਮੈਨੂੰ ਨਹੀਂ ਕਰ ਸਕਦਾ ਤੂੰ ਸੁੱਕੀ ਡਾਂਗ ਨੂੰ ਯੂਜ਼ ਕਰ ਸਕਦਾ ਕਿ ਮੈਨੂੰ ਨਹੀਂ ਕਰ ਸਕਦਾ ਪ੍ਰਭੂ ਤੂੰ ਗਧੇ ਨੂੰ ਯੂਜ਼ ਕਰਦਾ ਕਿ ਮੈਨੂੰ ਨਹੀਂ ਕਰ ਸਕਦਾ ਤੇਰੇ ਲਈ ਸਭ ਕੁਝ ਹੋ ਸਕਦਾ ਤੂੰ ਕਰ ਸਕਦਾ ਜਿਹੜੀ ਚੀਜ਼ ਤੁਸੀਂ ਪਰਮੇਸ਼ਰ ਦੇ ਹੱਥ 'ਚ ਦੇ ਦੋਗੇ ਉਹਨੂੰ ਬੜਾ ਕੋਸ ਵੀ ਤੁਹਾਨੂੰ ਐ ਲੱਗਦਾ ਨਾ ਵੀ ਆਹ ਤਾਂ ਬਾਲ ਹੀ ਗਧੇ ਨੂੰ ਬੇਕਾਰ ਸਮਝਦੇ ਨਾ ਲੋਕ ਇਹੀ ਸਮਝਦੇ ਨਾ ਜਦੋਂ ਪਰਮੇਸ਼ਰ ਦੇ ਹੱਥ ਚੜਾ ਅੱਜ ਉਹਨੂੰ ਯਾਦ ਕਰਦੇ ਨੂੰ ਪਤਾ ਕਿਉਂ ਉਹ ਪਰਮੇਸ਼ਰ ਦੇ ਹੱਥ 'ਚ ਆਉਂਦਾ ਸੋਟੀ ਨੂੰ ਪਤਾ ਕਿਉਂ ਸੋਟੀ 'ਚ ਕੁਛ ਨਹੀਂ ਜਦੋਂ ਜਿਹੜੀ ਚੀਜ਼ ਤੁਸੀਂ ਪਰਮੇਸ਼ਰ ਦੇ ਹੱਥ 'ਚ ਦੇ ਦਿੰਦੇ ਨਾ ਕੁਛ ਵੀ ਆ ਬਿਜ਼ਨਸ ਆ ਉਹਦੀ ਮਹਿਮਾ ਨੇ ਕੁਛ ਨਹੀਂ ਮੰਗੋਗੇ ਉਹਦੇ ਹੱਥ 'ਚ ਦਿਓਗੇ ਉਹ ਬੈਸਟ ਬਣਾ ਦੇਵੇ ਉਹ ਬੈਸਟ ਸੋਟੀ ਹੱਡੀ ਕੀ ਹੈ ਗਧੇ ਦੀ ਹੱਡੀ ਸੀ ਉਹ ਹੈ ਗਧੇ ਦੀ ਹੱਡੀ ਜਦੋਂ ਸਮਸੂਨ ਦੇ ਹੱਥ 'ਚ ਆਈ ਜਿਵੇਂ ਕਿ ਹੱਡੀ 'ਚ ਕੁਛ ਨਹੀਂ ਸੀ ਪਰ ਪਰਮੇਸ਼ਰ ਦੀ ਸਾਮਰਥ ਉਸ ਹੱਡੀ 'ਚ ਆ ਗਈ ਉਸੇ ਹੱਡੀ ਨਾਲ 1000 ਬੰਦਾ ਕੁਛ ਵੀ ਤੁਸੀਂ ਪਹਿਲਾਂ ਸਭ ਤੋਂ ਬੰਦਾ ਤੁਸੀਂ ਆਪਦੇ ਸਰੀਰ ਲਈ ਹਰ ਰੋਜ਼ ਪ੍ਰਭੂ ਦਾ ਧੰਨਵਾਦ ਕਰੋ ਧੰਨਵਾਦ ਪ੍ਰਭੂ ਦੋ ਅੱਖਾਂ ਬਹੁਤ ਚੰਗੀਆਂ ਮੇਰੀਆਂ ਇਹ ਸਰੀਰ ਬਹੁਤ ਚੰਗਾ ਕਿਉਂਕਿ ਬਹੁਤ ਸਾਰੇ ਲੋਕ ਪੈਰਾਂ ਤੇ ਕਰਦੇ ਤੁਸੀਂ ਵਧੀਆ ਕਰਦੇ ਅੱਜ ਛੋਟੀ ਚੀਜ਼ ਧੰਨਵਾਦੀ ਆ ਵੱਡੀ ਚੀਜ਼ ਪ੍ਰਭੂ ਦੀ ਅੱਜ ਛੋਟੀ ਚੀਜ਼ ਧੰਨਵਾਦੀ ਨਹੀਂ ਵੱਡੀ ਨਹੀਂ ਮਿਲੇਗੀ ਹਾਲੇਲੂਇਆ 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 ਕੀ ਕਰਨਾ ਕਿਹਦੇ ਆਖੇ ਲੱਗਣਾ ਪਤਰਸ ਨੇ ਪਹਿਲਾਂ ਕੀ ਆਪਦੀ ਮੱਤ ਚਲਾਈ ਸੀ ਲੱਭਾ ਕੁਛ ਕਹਿੰਦਾ ਪ੍ਰਭੂ ਤੇਰੇ ਕਹਿਣੇ ਤੇ ਪ੍ਰਭੂ ਨੂੰ ਕੋਈ ਤਜਰਬਾ ਨਹੀਂ ਸੀ ਮੱਛੀਆਂ ਫੜਨ ਦਾ ਪਰ ਉਹਦੇ ਆਖੇ ਲੱਗਿਆ ਅੱਜ ਤੁਹਾਨੂੰ ਲੱਗਦਾ ਵੀ ਯਾਰ ਆਖੇ ਲੱਗਣ ਦਾ ਕੀ ਫਾਇਦਾ ਹਾਲਾਤ ਤਾਂ ਬਦਲੇ ਨਹੀਂ ਸਥਿਤੀ ਉੱਥੇ ਹੀ ਮੁਸੀਬਤ ਉੱਥੇ ਹੀ ਖੜੀ ਹੈ ਜਾਏਗੀ ਇੱਕ ਦਿਨ ਯਿਸੂ ਜਾਏਗੀ ਯਿਸੂ ਦੇ ਨਾਲ ਜਾਏਗੀ ਯਿਸੂ ਦੇ ਨਾਲ ਕਿਉਂਕਿ ਤੁਸੀਂ ਯੁੱਧ ਕਰਨਾ ਟੱਕਰ ਲਾਉਣੀ ਕਹਿੰਦਾ ਇਸ ਪਹਾੜ ਨੂੰ ਆਖੋਗੇ ਆਖਦੇ ਰਹੋ ਚੱਲ ਪਹਾੜ ਚੱਲ ਇੱਕ ਦਿਨ ਸੁਣੇਗਾ ਕਿਉਂਕਿ ਪ੍ਰਾਰਥਨਾ ਇੱਕ ਉਹ ਚੀਜ਼ ਆ ਮਨ ਜਿਵੇਂ ਵੱਡਾ ਇੱਥਾ ਪੱਥਰ ਸਮਝ ਲਓ ਹਰ ਰੋਜ਼ ਤੁਸੀਂ ਇੱਕ ਕਣ ਜਾਂ ਥੋੜੀ ਮਾਰਦੇ ਰਹੋਗੇ ਪਹਿਲੀ ਸੱਟ ਨਾਲ ਨਹੀਂ ਜਾਏ ਲਗਾਤਾਰ ਇਹਦੇ ਤੇ ਸਾਲ 2 ਸਾਲ 5 ਸਾਲ 2 ਮਹੀਨੇ 1 ਮਹੀਨਾ ਲਗਾਤਾਰ ਵੱਜਦੀ ਰਹੀ ਟੁੱਟਾ ਤੁਹਾਨੂੰ ਇਹ ਲੱਗਦਾ ਕੱਲ ਪ੍ਰਾਰਥਨਾ ਕੀਤੀ ਸੀ ਹੋਇਆ ਤਾਂ ਅੱਛਾ ਇਕੱਠਾ ਕਿੰਨੇ ਚਰਚ ਕੀਤਾ ਸਭ ਕੁਝ ਕਿੰਨੇ ਸਾਲ ਦੇ 40 ਸਾਲ 40 ਸਾਲਾਂ ਚ ਇੰਨਾ ਕੁਝ ਇਕੱਠਾ ਕਰੀ ਬੈਠੇ ਆ ਹੁਣ ਜਾ ਬੜੇ ਇੱਕ ਵਾਰੀ ਹੌਲੀ ਹੌਲੀ ਕੱਢੇਗਾ ਇੱਕ ਇੱਕ ਚੀਜ਼ ਕੱਢ ਦੇਗਾ ਜਿਵੇਂ ਮੇਰੇ ਜੀਵਨ ਚੋਂ ਕੱਢੀ ਤੁਹਾਡੇ ਜੀਵਨ ਚੋਂ ਹੀ ਕੱਢ ਦੇਗਾ
ਮੈਂ ਅੱਗੇ ਜਦੋਂ ਸੇਵਕਾਈ ਸ਼ੁਰੂ ਕੀਤੀ ਸੀ ਉਦੋਂ ਮੈਂ ਕਲੀਸਿਆ 'ਚ ਬੋਲਦਾ ਹੁੰਦਾ ਸੀ, ਮੈਂ ਕਿਹਾ ਜੇ ਜਾਂ ਆਤਮਾ 'ਚ ਮੈਂ ਆ ਨਾ, ਤੁਸੀਂ ਹੋ ਜਾਓ ਯਿਸੂ ਮਸੀਹ ਦੇ ਨਾਮ ਤੇ। ਜਿਵੇਂ ਪੌਲਸ ਨੇ ਆਖਿਆ ਸੀ, ਅੱਜ ਹੋ ਜਾਓ ਤੁਸੀਂ ਯਿਸੂ ਮਸੀਹ ਦੇ ਨਾਮ ਤੇ। ਜਿਵੇਂ ਆਤਮਾ 'ਚ ਮੈਂ ਆ ਉਵੇਂ ਹੀ ਹੋ ਜਾਓ। ਜਿਵੇਂ ਯਿਸੂ ਮਸੀਹ ਆਤਮਾ ਚੱਲਦਾ ਸੀ ਉਵੇਂ ਹੀ ਹੋ ਜਾਓ। ਜਿਵੇਂ ਪੌਲਸ ਚੱਲਦਾ ਸੀ ਉਵੇਂ ਹੀ ਹੋ ਜਾਓ ਯਿਸੂ ਦੇ ਸਾਮਰਥ ਦੇ ਨਾਮ 'ਚ। ਤੁਹਾਡੀ ਸਪਿਰਿਟ ਇਸੇ ਵਕਤ ਸਾਮਰਥ ਨੂੰ, ਫਾਇਰ ਨੂੰ, ਅੱਗ ਨੂੰ ਕੈਚ ਕਰੇ ਯਿਸੂ ਦੇ ਸਾਮਰਥ ਦੇ ਨਾਮ ਤੇ। ਆਣਾ ਕਿਆ ਕਰੀ, ਅੱਜ ਹੀ ਨਿਕਲ ਜਾਏ, ਅੱਜ ਹੀ ਨਿਕਲ ਜਾਏ। ਪ੍ਰਭੂ ਦੀ ਆਗਿਆ ਤੇ ਚੱਲਣ ਦੀ ਸਾਮਰਥ ਮਸਾ ਐਂਟਰ ਕਰੇ ਯਿਸੂ ਦੇ ਨਾਮ ਤੇ, ਮਸਾ ਐਂਟਰ ਕਰੇ ਯਿਸੂ ਦੇ ਨਾਮ ਤੇ। ਥੈਂਕ ਯੂ ਲਾਰਡ, ਥੈਂਕ ਯੂ ਜੀਸਸ, ਥੈਂਕ ਯੂ ਲਾਰਡ, ਥੈਂਕ ਯੂ ਜੀਸਸ। ਪ੍ਰਭੂ ਜੀ ਹੱਥਾਂ ਨੂੰ ਢੱਕ ਕੇ, ਪ੍ਰਭੂ ਜੀ ਅੱਜ ਜੋ ਕੁਝ ਵੀ ਸੁਣਿਆ ਮੈਂ 100 ਗੁਣਾ ਫੜ ਲੈ ਕੇ, 100 ਗੁਣਾ ਫੜ ਲੈ ਕੇ, 100 ਗੁਣਾ ਫੜ ਲੈ ਕੇ। ਕੋਈ ਵੀ ਸ਼ੈਤਾਨ ਦੀ ਯੋਜਨਾ ਇਸ ਵਚਨ ਵਿੱਚ ਚਰਾਣੇ ਰੱਖੇ ਯਿਸੂ ਦੇ ਨਾਮ, ਆਮੀਨ। ਇੱਕ ਵਚਨ ਪੜ੍ਹਨਾ ਬਸ ਥੋੜਾ ਜਿਹਾ, ਉਹ ਮੈਨੂੰ ਦੱਸਿਆ ਨਹੀਂ। ਜੋ ਮੈਂ ਕਹਿੰਦਾ ਹਾਂ ਸੋ ਨਹੀਂ ਕਰਦੇ। ਜੇਕਰ ਅਸੀਂ ਆਪਣੇ ਜੀਵਨ ਪਰਮੇਸ਼ਰ ਦੀ ਸੱਚਾਈ, ਸਿਧਾਂਤਾਂ ਅਤੇ ਮਾਪਦੰਡਾਂ ਉੱਤੇ ਆਧਾਰਿਤ ਨਹੀਂ ਕਰਦੇ ਹਾਂ, ਅਸਲ ਵਿੱਚ ਉਸ ਦੇ ਵਚਨ ਨੂੰ ਅਭਿਆਸ ਵਿੱਚ ਨਹੀਂ ਲਿਆਉਂਦੇ, ਅਸੀਂ ਜੀਵਨ ਦੀਆਂ ਮੁਸ਼ਕਲਾਂ ਅਤੇ ਤੂਫਾਨਾਂ ਦਾ ਸਾਹਮਣਾ ਕਰਨ ਦੇ ਯੋਗ ਨਹੀਂ। ਜੇ ਉਹਦੇ ਹੁਕਮਾਂ ਤੇ ਨਹੀਂ ਚੱਲਦੇ ਨਾ, ਉਹਨੂੰ ਅਭਿਆਸ ਹੈ। ਅਭਿਆਸ ਕਿਹੜੀ ਚੀਜ਼ ਦਾ ਕਰਨਾ? ਤਜਰਬਾ ਕਰਨਾ, ਇਹਨੂੰ ਅਭਿਆਸ ਕਹਿੰਦੇ ਆ। ਜਿਵੇਂ ਭਾਈ ਵਿੱਕੀ ਦੇ ਡੈਡੀ ਕਹਿੰਦਾ ਜੇ ਪ੍ਰਭੂ ਤੂੰ ਸੱਚਾ ਪ੍ਰਭੂ, ਮੇਰੇ ਪੈਰ ਚੋਂ ਦੜੀ ਕੱਚ ਸੀ ਕਿ ਪਤਾ ਡਲੀ ਸੀ, ਹਾਂ ਕਹਿੰਦਾ ਕੱਢ ਕੇ ਇਹਨੂੰ ਅਭਿਆਸ ਚ ਲਿਆਉਣਾ, ਪ੍ਰਾਰਥਨਾ ਕਰਨੀ, ਮਸੇ ਚ, ਅਭਿਸ਼ੇਕ ਚ, ਫਿਰ ਤੁਸੀਂ ਮੁਸੀਬਤਾਂ ਦਾ ਸਾਹਮਣਾ ਨਹੀਂ ਕਰ ਸਕੋਗੇ। ਜੇ ਤੁਸੀਂ ਅਭਿਆਸ ਨਾ ਕਰਦੇ ਇਸ ਵਚਨ ਨੂੰ, ਦੁਹਰਾਉਂਦੇ ਨਹੀਂ ਤੇ ਫਿਰ ਇਸ ਚੀਜ਼ ਦਾ ਤੁਸੀਂ ਸਾਹਮਣਾ ਨਹੀਂ ਕਰ ਸਕਦੇ। ਹਾਂ ਪੜ੍ਹੀ ਫਿਰ। ਅਸੀਂ ਜੀਵਨ ਦੀਆਂ ਮੁਸ਼ਕਲਾਂ ਅਤੇ ਤੂਫਾਨਾਂ ਦਾ ਸਾਹਮਣਾ ਕਰਨ ਦੇ ਯੋਗ ਨਹੀਂ ਹੋਵਾਂਗੇ, ਸਾਡਾ ਅੰਤ ਯਕੀਨਨ ਤਬਾਹੀ ਹੋਵੇਗਾ। ਜੇ ਨਹੀਂ ਸੁਣਾਂਗੇ ਤੂਫਾਨ ਆਉਣਗੇ, ਉਸ ਘਰ ਨੂੰ ਰੇੜ ਕੇ ਲੈ, ਤੇ ਜੇ ਚੱਲਾਂਗੇ ਫਿਰ ਜਿੰਨੇ ਮਰਜ਼ੀ ਤੂਫਾਨ ਆਈ ਆ, ਜਿੰਨੇ ਮਰਜ਼ੀ ਹਨੇਰੀਆਂ, ਹਾਲੇਲੂਇਆ, ਹਾਲੇਲੂਇਆ। ਆਪ ਰਣ ਸਿੰਘ ਵਾਲੇ ਦੇ ਤੇ ਤੂਫਾਨ ਆ ਗਿਆ ਸੀ ਪਿੱਛੇ ਜੇ, ਠੀਕ ਹੈ, ਪਰ ਇਹ ਚਟਾਨ ਤੇ ਸੀ। ਉਹਨਾਂ ਤੂਫਾਨਾਂ ਦੀ ਗੱਲ ਸੱਚੀ ਹਨੇਰੀ ਦੀ ਨਹੀਂ, ਪ੍ਰਭੂ ਉਸ ਗੱਲ ਦੀ ਕਰ ਰਿਹਾ, ਉਸ ਮਕਾਨ ਦੀ ਨਹੀਂ, ਇਸ ਮਕਾਨ ਦੀ ਗੱਲ ਕਰ ਰਿਹਾ। ਹਾਲੇਲੂਇਆ। ਉਹ ਮਕਾਨ ਤੱਕ ਹੀ ਆ, ਉਹ ਫਿਰ ਬਣਾ ਸਕਦੇ ਤੁਸੀਂ, ਪਰ ਜੇ ਆਹ ਮਕਾਨ ਡਿੱਗ ਪਿਆ ਫਿਰ ਨਹੀਂ ਖੜਾ ਹੋਗਾ। ਜੇ ਚਟਾਨ ਤੇ ਬਣਿਆ ਤੇ ਯਿਸੂ ਮਸੀਹ ਦੀ ਆਉਣ ਤੱਕ ਹੀ ਖੜਾ ਰਹੇਗਾ। ਪ੍ਰਭੂ ਇਸ ਵਚਨ ਚ ਤੈਨੂੰ ਆਸ਼ੀਸ਼ ਦੇ। ਬਸ